Shri Ram Parishottam Paramparanath Yugal Charan Bandhana Tarpar Tarkarnath Nanak Pad Pankaj Bandhana Pad Pankaj Bandhana Simran Gat Dokh Nikandana Amar Das Gur Hridaya Shri Guru Ramdas Gun Gana Guru Arjan Bikanan Ke Nasak Bikanan Ke Nasak Shri Guru Har Gobind Subh Samat Parkasak Guru Har Rai Namokar Jori Namokar Jori Shri Har Krishna Manaye Bahori Teg Bahadur Param Kirpala Param Kirpala Shri Guru Gobind Singh Bisala Taron Tara Par Pun Pun Sisa Pun Pun Sisa Bandon Bar Bar Jagdisa जिसमें अमृत ज्ञान है मानक भगत बैराग श्री गुरु ग्रंथ साहिब उदद बंदा कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एक ओंकार सतगुरु तेह प्रसाद सच होए वाहिगुरु जी की फतेह बिघ्न विनाशन सोए वाहिगुरु जी की फतेह बिघ्न विनाशन सोए। ਵਾਹਿਗੁਰੂ ਸਾਹਿਬ ਜੀ ਦੋਹਰਾ ਚੰਦੂ ਪੀਛੇ ਗੁਰ ਕਹੀ ਸਭ ਮਾਲਾ ਇਸ ਪਾਸ ਇਤਕ ਬਰਖ ਬੀਤੇ ਬਹੁਰ ਅਬ ਹੋਵੈ ਕੈ ਨਾ ਆਵਾਸ ਚੰਦੂ ਪੀਛੇ ਗੁਰ ਕਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਜਾਗਦੀ ਜੋਤ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਆਪ ਜੀ ਸਤਸੰਗਤ ਵਿੱਚ ਬੈਠ ਕਰਕੇ ਹਜ਼ੂਰ ਦੀ ਅੰਮ੍ਰਿਤ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਨ ਕਰ ਰਹੇ ਸੀ। ਸੱਚੇ ਪਾਤਸ਼ਾਹ ਨੇ
ਜੀਵਨ ਦੇ ਅਮੋਲਕ ਸਵਾਸ ਬਖਸ਼ੇ ਨੇ। ਸਤਸੰਗਤ ਵਿੱਚ ਬੈਠ ਕਰਕੇ ਹਜ਼ੂਰ ਦੀ ਹਜ਼ੂਰੀ ਵਿੱਚ ਆਪ ਜੀ ਆਪਣੇ ਸਵਾਸਾਂ ਨੂੰ ਸਫਲਿਆਂ ਕਰ ਰਹੇ ਹੋ। ਧਰਮਵੀਰ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ ਪਵਿੱਤਰ ਪਰਉਪਕਾਰ ਚੇਤੇ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਪਿਛਲੇ ਹਫ਼ਤੇ ਸੈਕਰਾਮੈਂਟੋ ਵਿੱਚ ਪੂਰੀ ਵੀਕ ਕਥਾ ਹੋਈ ਸੀ। ਕੈਪੀਟਲ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਸਤਿਗੁਰਾਂ ਜੀ ਦੇ ਇਸ ਪਾਵਨ ਸਥਾਨ 'ਤੇ ਜੋ USA ਦੀ ਧਰਤੀ 'ਤੇ ਦਮਦਮੀ ਟਕਸਾਲ ਦਾ ਕੇਂਦਰੀ ਸਥਾਨ ਹੈ। ਮਹਾਂਪੁਰਖਾਂ ਨੇ ਇਸ ਅਸਥਾਨ 'ਤੇ ਬੜੇ ਭਾਗ ਲਾਏ। ਬਹੁਤ ਗੁਰਸਿੱਖ ਸੰਗਤਾਂ ਮਹਾਂਪੁਰਖਾਂ ਦੇ ਜੀਵਨ ਤੋਂ ਰਸੋਈਆਂ ਇਸ ਪਾਵਨ ਅਸਥਾਨ 'ਤੇ ਸਤਿਗੁਰੂ ਜੀ ਦਾ ਪਵਿੱਤਰ ਦਿਹਾੜਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਮਨਾਉਂਦਿਆਂ ਹੋਇਆਂ ਇਹ ਪੂਰੇ ਹਫ਼ਤੇ ਦੇ ਦੀਵਾਨ ਸਜਣਗੇ। ਆਪ ਸੰਗਤਾਂ ਦੇ ਦਰਸ਼ਨਾਂ ਦਾ ਦਾਸ ਨੂੰ ਸੁਭਾਗ ਪ੍ਰਾਪਤ ਹੋਇਆ। ਸਤਿਗੁਰੂ ਜੀ ਦੀ ਅੰਮ੍ਰਿਤ ਜੀਵਨ ਦੀ ਕਥਾ ਲੜੀਵਾਰ ਇਸ ਪਾਵਨ ਸਥਾਨ 'ਤੇ ਚੱਲ ਰਹੀ ਹੈ, ਜੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਵਿੱਚ ਚੱਲ ਰਹੀ ਹੈ। ਸੱਚੇ ਪਾਤਸ਼ਾਹ ਜਦੋਂ ਹਜ਼ੂਰ ਗਵਾਲੀਅਰ ਤੋਂ ਸੱਚੇ ਪਾਤਸ਼ਾਹ ਜੀ ਦਿੱਲੀ ਆਏ ਹੈ, ਬਾਦਸ਼ਾਹ ਜਹਾਂਗੀਰ ਚੰਦੂ ਤੋਂ ਬਹੁਤ ਖਫੇ ਸੀਗਾ, ਕਿਉਂਕਿ ਉਸਨੇ ਬੜੇ ਯਤਨਾਂ ਨਾਲ ਸਤਿਗੁਰਾਂ ਜੀ ਨੂੰ ਗਵਾਲੀਅਰ ਦੇ ਵਿੱਚ ਕੈਦ ਕਰਵਾਇਆ ਸੀ ਅਤੇ ਉਹ ਇਹੀ ਸੋਚਦਾ ਸੀਗਾ ਕਿ ਜਦੋਂ ਇੱਕ ਵਾਰ ਗਵਾਲੀਅਰ ਵਿੱਚ ਇਹਨਾਂ ਨੂੰ ਕੈਦ ਕਰਵਾ ਲਵਾਂਗਾ, ਬਾਅਦ ਵਿੱਚ ਉੱਥੋਂ ਮੇਰੀ ਮਰਜ਼ੀ ਤੋਂ ਬਿਨਾਂ ਬਾਹਰ ਨਹੀਂ ਆ ਸਕਣਗੇ। ਸਾਈਂ ਮੀਆਂ ਮੀਰ ਜੀ ਦਾ ਜਹਾਂਗੀਰ ਨੂੰ ਪ੍ਰੇਰਨਾ ਸਤਿਗੁਰਾਂ ਦੀ ਸ਼ਹਾਦਤ ਦੀ ਅਸਲੀਅਤ ਦੱਸਣੀ, ਜੋ ਕਵਿਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ। ਉਸ ਤੋਂ ਉਪਰੰਤ ਜਹਾਂਗੀਰ ਅੰਮ੍ਰਿਤਸਰ ਸਾਹਿਬ ਵੀ ਆਇਆ ਹੈ, ਜਦੋਂ ਇਹਨੇ ਮਾਤਾ ਗੰਗਾ ਜੀ ਤੋਂ ਮਾफ़ੀ ਵੀ ਮੰਗੀ ਸੀ। ਜਿਸ ਵਕਤ ਸੱਚੇ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਅੰਦਰ ਗਏ ਹੈ, ਸਤਿਗੁਰਾਂ ਜੀ ਦਾ ਉੱਥੇ ਸਗੋਂ ਹੋਰ ਮਾਣ ਵਧਿਆ। ਮਹਾਰਾਜ ਜੀ ਦੇ ਜਾਣ ਵਿੱਚ ਬੜੇ ਕਾਰਨ ਸੀਗੇ, ਉਹ ਕਵਿਰਾਜ ਜੀ ਨੇ ਬੜੇ ਵਿਸਥਾਰ ਪੂਰਵਕ ਲਿਖੇ ਹੈ। ਦਰੋਗਾ ਹਰਿਦਾਸ ਬਹੁਤ ਪਿਆਰ ਨਾਲ ਮਹਾਰਾਜ ਜੀ ਨੂੰ ਯਾਦ ਕਰਦਾ ਸੀ। ਸੱਚੇ ਪਾਤਸ਼ਾਹ ਮੈਂ ਪਾਪੀ ਪੇਟ ਦੀ ਖਾਤਰ ਜਾ ਨਹੀਂ ਸਕਦਾ ਕਿਤੇ ਹੋਰ, ਆਪ ਦੀਨ ਦਿਆਲ ਹੋ, ਮਹਾਰਾਜ ਮੇਰੀ ਭਾਵਨਾ ਨੂੰ ਭਾਗ ਲਾਓ, ਮੈਨੂੰ ਦਰਸ਼ਨ ਬਖਸ਼ੋ। ਸਤਿਗੁਰਾਂ ਜੀ ਦਾ ਉਸ ਕਿਲੇ ਵਿੱਚ ਜਾਣਾ, ਹਰਦਾਸ ਜਿਹੜਾ ਦਰੋਗਾ ਸੀ ਉਸ ਦੀ ਭਾਵਨਾ ਨੂੰ ਭਾਗ ਲਾਏ। ਜਦੋਂ ਕੋਈ ਜੇਲ੍ਹ ਵਿੱਚ ਜਾਂਦਾ ਤੇ ਉਹਦੇ ਨਾਲ ਕੈਦੀਆਂ ਵਰਗਾ ਵਿਵਹਾਰ ਹੁੰਦਾ ਹੈ, ਪਰ ਸਤਿਗੁਰੂ ਜੀ ਦੇ ਨਾਲ ਕੈਦੀਆਂ ਵਰਗਾ ਵਿਵਹਾਰ ਨਹੀਂ। ਹਰਦਾਸ ਦਰੋਗੇ ਨੇ ਮਹਾਰਾਜ ਜੀ ਦੇ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ 36 ਪ੍ਰਕਾਰ ਦੇ ਭੋਜਨ ਪਦਾਰਥ ਤਿਆਰ ਕਰਕੇ ਜਦੋਂ ਹਜ਼ੂਰ ਕੋਲ ਲਿਆਂਦੇ ਤੇ ਮਹਾਰਾਜ ਜੀ ਨੇ ਆਖਿਆ ਸੀ ਕਿ ਸਾਨੂੰ ਇਹ ਪਕਵਾਨ ਪ੍ਰਵਾਨ ਨਹੀਂ,
महाराज तुसी हुण इत्थे रहोगे तां की छकोगे। अक्सर शरीर दा धर्म है आहार, भावें कि सतगुरु जी तां पौण आहारी रह सकदे, पर महाराज जी ने जिहड़ी सिखां दी दसां नौहां दी किरत है ना, इहदी महानता दर्शाई। सतगुरां जी ने आख्या कि भाई सानू ये पकवान परवान नहीं हन। हजूर ने कहा बिधि चंद तुसीं बाहर मजदूरी करो, ते जिहड़ा तुसीं मजदूरी नाल धन लओगे उहदी रसत खरीदो, फिर तुसीं आप हत्थीं बना के सानू भोजन छकाओगे तो असीं प्रवान करांगे। भाई बिधि चंद जी सच्चे पातशाह जी महाराज दे बचन मुताबक बाहर मजदूरी करदे, ते जो मेहनत मिलती उसकी रसत खरीद के भोजन बना के सच्चे पातशाह जी महाराज नूं प्रशादा छकाया करदे। सतगुरां जी ने उस किले दे अंदर बने हुए किसी भी प्रकार के पकवान नूं प्रवान नहीं किया। महाराज जी दे जान करके उत्थे लहरां बहरां लग गईयां। आप तां महाराज सिखां दी किरत दा ही भोजन खांदे है, उस तरह लंगर खुल गए। जिहड़े 52 राजे सी उन्हां नूं तां इउं प्रतीत होण लग गया कि हुण राज नालों ज़्यादा सुख तां इस जेल विच है। खाण नूं रजवां भोजन ते सारियां ही सुविधावां, गुरु साहिब दी संगत, एडा महाराज दा प्रताप वधिया, सगों चंदू दा बहुत मन दुखी होया। फिर सच्चे पातशाह जी दा ग्वालियर तो आउणा, 52 राजियां नूं रिहा कराउणा, जहांगीर नूं बहुत ज़्यादा गुस्सा सी, क्योंकि वो राजियां नूं पकड़न लग्गियां बड़ी उहदी राजसी शक्ति लगी सी। हुण उहनूं एकदम रिहा करने पे। जदों महाराज दिल्ली आए सच्चे पातशाह, तां हजूर दे कोलों जहांगीर ने माफ़ी मंगी। सतगुरु जी गरीब नवाज अपने कर कमलों दे विच जदों बिध बननी सी, महाराज सिमरना घुमा रहे सी सच्चे पातशाह। जहांगीर बेनती करन लगा, सच्चे पातशाह ये तुहाडा सिमरना बड़ा वडमुला है, इहो जिहा मैं अपनी जिंदगी च कदे नहीं वेखिया। होवे हिंदुस्तान दा बादशाह ते वेख लो आश्चर्य चीज़ां गुरु नानक जी की गुरियाई दे अधीन रहिंदियां। कहंदा मैं कदे वेखिया ही नहीं इहो जिहा आश्चर्य सिमरना। सतगुरु जी नूं बेनती करदा, महाराज एक मणका दे दिओ, मैं अपनी माला विच उस नूं मेरू मणके की तरह परो करके रखांगा। जदों वेखांगा तुहाडी याद आ जाया करेगी। तुहाडे हत्थ दा स्पर्श होया है मणका मैनू महाराज बख्शो। सतगुरु जी कहंदे आ, जहांगीर मणका की कहना, माला ही दे दिन्ने आ। कहन लगा, महाराज मैनू तो एक मणका ही बख्श दिओ गरीब नवाज। हजूर ने फिर आख्या कि बड़ी ही बेशकीमती माला साडे गुरु पिता जी दे कोल सी। जदों तेरे दीवान चंदू ने साडे पिता जी नूं शहीद किया, उस सोने का सिमरना सी, बड़ा दुर्लभ सी। जहांगीर तेरे दीवान ने तैनूं दसिया। जहांगीर कहंदा मैनू कोई इल्म नहीं महाराज। सतगुरु जी ने फिर कहा, जहांगीर तू इहदे बहकावे विच आया, तेरे सारे जिन्ने वजीर सन इन्हें खरीद लए सी, तू कोई किसी दे कोलों जिहड़ी सी पुण शान नहीं कीती। तू इहदे कहे लग्गिया, इन तैनूं आख्या सी ना कि गुरु साहब चोरियां करवाउंदे है। जहांगीर मुकर नहीं सकिया महाराज दे कोल, क्योंकि चंदू जहांगीर दे कचहरी विच यही कहा करदा सी कि गुरु अर्जन साहब जी ठगियां मारदे, चोरियां कराउंदे, ते जिन्ना चिर उन्हां नूं पकड़िया ना गया
ਇਹ ਪੰਜਾਬ ਦਾ ਮਾਹੌਲ ਸ਼ਾਂਤ ਨਹੀਂ ਹੋਵੇਗਾ। ਜਹਾਂਗੀਰ ਤੂੰ ਕੀ ਅੰਦਾਜ਼ਾ ਲਾਉਣਾ ਹੈ? ਜਹਾਂਗੀਰ ਨੇ ਝੁੱਕ ਕੇ ਕਿਹਾ, ਮਹਾਰਾਜ ਮੈਨੂੰ ਮਾਫ਼ ਕਰ ਦਿਓ। ਸਤਿਗੁਰੂ ਜੀ ਕਹਿੰਦੇ ਹੈ ਕਿ ਜਿਹੜੀ ਗੁਰੂ ਪਿਤਾ ਦੀ ਸ਼ਹਾਦਤ ਹੈ ਨਾ, ਉਹਦੀ ਤਾਂ ਮਾफ़ੀ ਨਹੀਂ ਮਿਲ ਸਕਦੀ। ਉਹ ਤਾਂ ਦਰਗਾਹ ਵਿੱਚ ਤੇਰੇ ਕੋਲੋਂ ਪੁੱਛ ਕਰਾਂਗੇ। ਸਤਿਗੁਰਾਂ ਜੀ ਨੇ ਵਾਕ ਕਹੇ। ਮਹਾਰਾਜ ਕਹਿੰਦੇ ਚੰਦੂ ਦੋਸ਼ੀ ਹੈ, ਇਹਨੂੰ ਸਾਡੇ ਹਵਾਲੇ ਕਰ, ਇਹਦੇ ਕੋਲੋਂ ਉਹ ਮਾਲਾ ਮੰਗਵਾ। ਚੰਦੂ ਨੂੰ ਜਦੋਂ ਜਹਾਂਗੀਰ ਨੇ ਕਿਹਾ ਕਿ ਮਾਲਾ ਜਿਹੜੀ ਹੈ ਉਹ ਲਿਆ ਕਰਕੇ ਮੈਨੂੰ ਦੇ, ਚੰਦੂ ਨੇ ਘਰ ਵਿੱਚ ਮਾਲਾ ਖੋਜੀ ਹੈ। ਕਵਿਰਾਜ ਨੇ ਕਈ ਕਾਰਨ ਬਣੇ ਹੈ, ਜ਼ਿਕਰ ਕੀਤਾ ਹੈ ਕਿ ਉਹ ਮਾਲਾ ਉਸ ਨੂੰ ਪ੍ਰਾਪਤ ਨਹੀਂ ਹੋਈ। ਬੜੇ ਉਹਨ ਯਤਨ ਕੀਤੇ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਚੰਦੂ ਨੂੰ ਉਸ ਦਿੱਲੀ ਦੇ ਅੰਦਰ ਕਿਵੇਂ ਪਕੜ ਕੇ ਸਤਿਗੁਰੂ ਜੀ ਸਜ਼ਾ ਦਿੰਦੇ ਹੈ ਤੇ ਕਿਵੇਂ ਲੈ ਕੇ ਆਉਂਦੇ ਆ ਸਤਿਗੁਰੂ ਜੀ। ਕਿਉਂਕਿ ਇਸ ਭਾਰਤ ਦੇਸ਼ ਦੇ ਵਾਸੀਆਂ ਨੇ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸੁਣਿਆ ਸੀ, ਵੇਖਿਆ ਸੀ, ਪਰ ਕਿਸੇ ਨੇ ਇਹ ਅਨੁਮਾਨ ਤੱਕ ਨਹੀਂ ਸੀ ਲਾਇਆ ਕਿ ਜਿਸ ਨੇ ਹਜ਼ੂਰ ਨੂੰ ਯਾਸਾ ਦੀਆਂ ਸਜ਼ਾਵਾਂ ਦੇ ਕੇ ਸ਼ਹੀਦ ਕੀਤਾ, ਉਸ ਦੇ ਸਿਰ ਵਿੱਚ ਜੁੱਤੀਆਂ ਦੀ ਮਾਰ ਹੋਵੇਗੀ। ਗੁਰੂ ਹਰਗੋਬਿੰਦ ਸਾਹਿਬ ਉਹਦੀ ਨੱਕ ਵਿੱਚ ਨਕੇਲ ਪਾ ਦੇਣਗੇ। ਇਹ ਸਮਾਂ ਆ ਗਿਆ ਜੋ ਸਤਿਗੁਰਾਂ ਜੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਾਲੇ ਅਸਥਾਨ 'ਤੇ ਗੁਰਿਆਈ ਤਖ਼ਤ 'ਤੇ ਵਿਰਾਜਮਾਨ ਹੁੰਦਿਆਂ ਵਾਕ ਕਹੇ ਸੀ ਕਿ ਜਿਨ ਸਾਡੇ ਗੁਰੂ ਪਿਤਾ ਨੂੰ ਸ਼ਹੀਦ ਕੀਤਾ, ਉਹਦੀ ਨੱਕ ਵਿੱਚ ਨਕੇਲ ਪਾਵਾਂਗੇ। ਸੱਚੇ ਪਾਤਸ਼ਾਹ ਜੀ ਦੇ ਉਹ ਕਹੇ ਹੋਏ ਵਾਕ ਸੱਤ ਹੋਣ ਦਾ ਸਮਾਂ ਇਤਿਹਾਸ ਦੇ ਅੰਦਰ ਜਿਵੇਂ ਜ਼ਿਕਰ ਆ ਰਿਹਾ ਹੈ, ਪਿਆਰ ਨਾਲ ਸ਼ਰਵਣ ਕਰੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ ਦੋਹਰਾ। ਚੰਦੂ ਪੀਛੇ ਗੁਰ ਕਹੀ, ਸਭ ਮਾਲਾ ਇਸ ਪਾਸ। ਜਦੋਂ ਚੰਦੂ ਆਪਣੇ ਘਰ ਨੂੰ ਗਿਆ ਸੀ ਮਾਲਾ ਲੈਣ ਵਾਸਤੇ, ਹਜ਼ੂਰ ਨੇ ਜਹਾਂਗੀਰ ਨੂੰ ਕਿਹਾ ਕਿ ਇਸ ਦੇ ਕੋਲ ਸਾਰੀ ਮਾਲਾ ਹੈ ਜੋ ਸਤਿਗੁਰੂ ਪਿਤਾ ਜੀ ਆਪਣੇ ਕੋਲ ਰੱਖਿਆ ਕਰਦੇ ਸੀਗੇ। ਕਿਤਕ ਬਰਖ ਬੀਤੇ ਬਹੁਰ, ਅਬ ਹੋਵੇ ਕੈ ਨਾ ਆਵਾਸ। ਕਿੰਨੇ ਸਾਲ ਹੁਣ ਬਤੀਤ ਹੋ ਗਏ ਐ, ਖਬਰੇ ਦੇ ਕੋਲ ਘਰ ਵਿੱਚ ਹੈ ਜਾਂ ਨਹੀਂ ਹੈ। ਚੌਪਈ ਤਿਸ ਮਾਲਾ ਕੋ ਮਣਕਾ ਆਵੇ। ਸੱਚੇ ਪਾਤਸ਼ਾਹ ਕਹਿੰਦੇ ਜੇ ਉਸ ਮਾਲਾ ਦਾ ਇੱਕ ਮਣਕਾ ਵੀ ਸਾਡੇ ਪਾਸ ਆ ਜਾਵੇ, ਹਮ ਪਛਾਣ ਲੈ ਹੈ ਦੁੱਤ ਪਾਵੇ। ਅਸੀਂ ਪਛਾਣ ਲਵਾਂਗੇ ਉਸ ਮਣਕੇ ਨੂੰ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਉਮਰ ਉਦੋਂ 11 ਸਾਲ ਦੀ ਸੀ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸ਼ਹੀਦ ਹੋਣ ਲਾਹੌਰ ਗਏ। ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਪੁੱਤਰ ਆਪਣੇ ਪਿਤਾ ਦੀ ਗੋਦ ਵਿੱਚ ਖੇਲਦਾ ਏ ਤੇ ਪਿਤਾ ਦੀਆਂ ਨਿਸ਼ਾਨੀਆਂ ਸਾਰੀਆਂ ਪਤਾ ਹੁੰਦੀਆਂ। ਗਰੀਬ ਨਵਾਜ ਕਹਿੰਦੇ ਆ ਸਾਨੂੰ ਉਹ ਸਿਮਰਨਾ ਯਾਦ ਹੈ। ਪਿਤਾ ਸਤਿਗੁਰੂ ਜੀ ਦੇ ਕਰ ਕਮਲਾਂ ਵਿੱਚ ਹੁੰਦਾ ਸੀ ਜਦੋਂ ਹਜ਼ੂਰ ਸਾਨੂੰ ਗੋਦ ਵਿੱਚ ਉਠਾਇਆ ਕਰਦੇ ਸੀ। ਉਸ ਸਿਮਰਨੇ ਦਾ ਇੱਕ ਵੀ ਮਣਕਾ ਜੇ ਸਾਨੂੰ ਪ੍ਰਾਪਤ ਹੁੰਦਾ ਤੇ ਅਸੀਂ ਪਛਾਣ ਲਾਂਗੇ ਕਿ ਇਹ ਮਣਕਾ ਸਾਡੇ ਗੁਰੂ ਪਿਤਾ ਦੇ ਸਿਮਰਨੇ ਵਿੱਚੋਂ ਹੈ। ਮਹਾਰਾਜ ਕਹਿੰਦੇ ਸਾਨੂੰ ਉਸ ਦੀ ਪਛਾਣ ਹੈ। ਜੇ ਇੱਕ ਲਿਆਵੇ ਲਿਹੋ ਸਭ ਮਾਲਾ। ਤੇ ਜੇ ਇੱਕ ਲੈ ਆਇਆ ਤਾਂ ਫਿਰ ਕਿਉਂਕਿ ਸੋਇਨੇ ਦਾ ਸੀ, ਮਹਾਰਾਜ ਕਹਿੰਦੇ ਜੇ ਇੱਕ ਲੈ ਆਇਆ ਤੇ ਫਿਰ ਜਹਾਂਗੀਰ ਸਾਰੀ ਮਾਲਾ ਤੂੰ ਆਪ ਪਛਾਣ ਲੈ ਕਿਹਦੇ ਕੋਲ ਹੋਵੇਗੀ। ਇਹਦੇ ਕੋਲੋਂ ਸਾਰੀ ਮਾਲਾ ਫਿਰ ਬਰਾਮਦ ਕਰਨਾ ਕਰ। ਨਹਿ ਇਸ ਦੇਸ਼ ਜੋ ਮੋਲ ਵਿਸਾਲਾ। ਏਡੀ ਮੁੱਲ ਵਾਲੀ ਉਹ ਮਾਲਾ ਇਸ ਦੇਸ਼ ਵਿੱਚ ਨਹੀਂ ਉਹ ਮਿਲਦੀ, ਬਹੁਤ ਬੇਸ਼ਕੀਮਤੀ ਉਹ ਮਾਲਾ ਹੈ। ਇਸ ਪਾਪੀ ਨੇ ਸੁਧ ਨਾ ਜਨਾਈ। ਇਸ ਪਾਪੀ ਨੇ ਕਿਸੇ ਪ੍ਰਕਾਰ ਕੋਈ ਖਬਰ ਨਹੀਂ ਤੇਰੇ ਤਾਈਂ ਜਣਾਈ, ਦੱਸੀ ਨਹੀਂ ਹੈ। ਕਰੀ ਅਵਗਿਆ ਉਚਿਤ ਸਜਾਈ। ਤੇ ਇਹਨੇ ਅਵਗਿਆ ਕੀਤੀ ਹੈ ਗੁਰੂ ਪਿਤਾ ਜੀ ਦੀ। ਇਸ ਨੇ ਅਵਗਿਆ ਭਾਵ ਨਰਾਦਰੀ ਬੇਅਦਬੀ ਕਰਨਾ ਕੀਤੀ ਹੈ।
ਇਹ ਸਜ਼ਾ ਦੇ ਉਚਿਤ ਵੈ ਯੋਗ ਹੈ। ਸੁਨਤ ਸ਼ਾਹੋ ਕਹਿ ਲਿਆਵਨ ਦੇਹੂ। ਤੇ ਸਤਿਗੁਰੂ ਜੀ ਦੇ ਕੋਲੋਂ ਸੁਣ ਕਰਕੇ ਬਾਦਸ਼ਾਹ ਜਹਾਂਗੀਰ ਕਹਿੰਦਾ, ਮਹਾਰਾਜ ਉਸ ਨੂੰ ਲੈ ਕੇ ਆਉਣ ਦਿਓ। ਕੀ ਲੈ ਕੇ ਆਉਂਦਾ ਏ? ਜਸ ਆਵੇ ਤਸ ਤਸ ਪਰਖ ਕਰੇਹੂ। ਜਿਸ ਤਰ੍ਹਾਂ ਦਾ ਲੈ ਕੇ ਆਵੇਗਾ ਮਾਲਾ ਦੀ ਕੋਈ ਨਿਸ਼ਾਨੀ, ਤਿਸ ਤਰ੍ਹਾਂ ਦੀ ਪਰਖ ਆਪ ਜੀ ਕਰਨਾ ਕਰਿਓ। ਆਗੇ ਸੁਣੀ ਪੀਰ ਤੇ ਬਾਤ। ਅੱਗੇ ਜਿਹੜਾ ਪੀਰ ਸੀ ਸਾਈਂ ਮੀਆਂ ਮੀਰ ਜੀ, ਉਹਨਾਂ ਕੋਲੋਂ ਜੋ ਬਾਤ ਸੁਣੀ ਸੀਗੀ, ਜਿਮ ਇਨ ਕਰੇ ਕਪਟ ਕਾ ਘਾਤ। ਕਿਉਂਕਿ ਸਾਈਂ ਮੀਆਂ ਮੀਰ ਜੀ ਨੇ ਦੱਸਿਆ ਸੀ, ਬਾਦਸ਼ਾਹ ਤੂੰ ਤਾਂ ਬਹੁਤ ਵੱਡਾ ਕਹਿਰ ਕੀਤਾ ਏ। ਸੁਖਮਨੀ ਸਾਹਿਬ ਜੀ ਦੀਆਂ ਪੰਕਤੀਆਂ ਪੜ੍ਹੀਆਂ ਸਾਈਂ ਮੀਆਂ ਮੀਰ ਜੀ ਨੇ ਕਿ ਜੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਇਹ ਬ੍ਰਹਮ ਗਿਆਨੀ ਦੀ ਅਵਸਥਾ ਦੱਸਦੀ ਹੈ ਪਵਿੱਤਰ ਬਾਣੀ, ਕਿ ਜਿਹੜਾ ਬ੍ਰਹਮ ਵਿੱਚ ਜੁੜ ਜਾਂਦਾ ਹੈ ਉਹਦੇ ਲਈ ਅੰਮ੍ਰਿਤ ਤੇ ਜ਼ਹਿਰ ਇੱਕੋ ਜਿਹਾ ਹੋ ਜਾਂਦਾ ਹੈ, ਉਹਦੇ ਤੇ ਜ਼ਹਿਰ ਅਸਰ ਨਹੀਂ ਕਰਦੀ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਇਹ ਬਾਣੀ ਜਿਹਦੇ ਮਨ ਦੇ ਉੱਤੇ ਅਸਰ ਪਾਉਂਦੀ ਹੈ, ਉਸ ਨੂੰ ਸੰਸਾਰ ਤੋਂ ਤੋੜ ਕੇ ਬ੍ਰਹਮ ਵਿੱਚ ਜੋੜ ਦਿੰਦੀ ਹੈ। ਤੇ ਜਹਾਂਗੀਰ ਨੇ ਸੁਣ ਕੇ ਕਿਹਾ ਸੀ ਸਾਈਂ ਮੀਆਂ ਮੀਰ ਨੂੰ ਕਿ ਐਸਾ ਪੁਰਖ ਕੋਈ ਹੈ ਜਿਹਦੀ ਐਸੀ ਅਵਸਥਾ ਹੋਵੇ? ਤੇ ਸਾਈਂ ਜੀ ਨੇ ਕਿਹਾ ਸੀ, ਜਹਾਂਗੀਰ ਤੇਰੇ ਰਾਜ ਵਿੱਚ ਐਸੇ ਮਹਾਨ ਪਵਿੱਤਰ ਆਤਮਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਸਾਹਿਬਜ਼ਾਦੇ ਨੂੰ ਤੂੰ ਗਵਾਲੀਅਰ ਦੇ ਵਿੱਚ ਕੈਦ ਪਾਇਆ ਹੋਇਆ। ਇਹ ਸਾਈਂ ਮੀਆਂ ਮੀਰ ਜੀ ਨੇ, ਕਵੀਰਾਜ ਜੀ ਨੇ ਇਹ ਤੱਥ ਕਹੇ ਹੈ। ਪਰ ਤੌਜ ਕੇ ਜਹਾਂਗੀਰੀ ਵਿੱਚ ਜਹਾਂਗੀਰ ਨੇ ਇਹ ਕਿਹਾ ਹੈ ਕਿ ਮੈਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਚੱਲਦੀ ਇਹ ਦੁਕਾਨ ਕਈਆਂ ਪੀੜ੍ਹੀਆਂ ਤੋਂ ਬੰਦ ਕਰ ਦੇਣੀ ਚਾਹੁੰਦਾ ਸਾਂ। ਇਹ ਉਹ ਗੱਲ ਗਵਾਹੀ ਦਿੰਦੀ ਹੈ ਕਿ ਜਹਾਂਗੀਰ ਦਾ ਇਰਾਦਾ ਵੀ ਸਾਫ਼ ਨਹੀਂ ਸੀਗਾ। ਪਰ ਜਦੋਂ ਉਸ ਨੂੰ ਇਹ ਸਾਰੇ ਹਾਲਾਤ ਮਾਲੂਮ ਪਏ ਸੀ, ਕਿਉਂਕਿ ਚੰਦੂ ਦੇ ਹਵਾਲੇ ਗੁਰੂ ਸਾਹਿਬ ਨੂੰ ਕਰਨਾ ਇਸ ਦਾ ਇਲਮ ਉਸ ਨੂੰ ਸੀਗਾ, ਇਹ ਸਮਝਿਆ ਜਾਂਦਾ ਹੈ ਕਿ ਜਹਾਂਗੀਰ ਨੂੰ ਜਦੋਂ ਪਤਾ ਲੱਗਾ ਕਿ ਮਹਾਰਾਜ ਜੀ ਨੂੰ ਇਹੋ ਜਿਹੀਆਂ ਯਾਸਾਂ ਦੀਆਂ ਸਜ਼ਾਵਾਂ ਦੇ ਕੇ ਸ਼ਹੀਦ ਕੀਤਾ, ਇਹ ਸਾਈਂ ਮੀਆਂ ਮੀਰ ਜੀ ਨੇ ਪੂਰੇ ਪਤੇ ਦੇਣਾ ਕੀਤੇ ਸੀਗੇ। ਜੇ ਅਪਰਾਧੀ ਇਹ ਤੁਮਾਰਾ। ਮਹਾਰਾਜ ਜਿਹੜਾ ਇਹ ਚੰਦੂ ਹੈ ਤੁਹਾਡਾ ਭਾਰੀ ਅਪਰਾਧੀ ਹੈ। ਆਪ ਸੰਭਾਰੋ ਜਿਉ ਉਰ ਧਾਰਾ। ਜਿਵੇਂ ਤੁਸੀਂ ਹਿਰਦੇ ਵਿੱਚ ਚਾਹੁੰਦੇ ਹੋ ਮਹਾਰਾਜ ਇਹਨੂੰ ਹੁਣ ਸੰਭਾਲਣਾ ਕਰੋ। ਸੀਸ ਹਮਾਰੇ ਫਰਜ਼ ਨਾ ਰਹੇ। ਮਹਾਰਾਜ ਮੇਰੇ ਸਿਰ ਤੇ ਕੋਈ ਹੋਰ ਫਰਜ਼ ਨਾ ਰਹਿ ਜਾਵੇ। ਜਹਾਂਗੀਰ ਇਹ ਉਤਾਰਨਾ ਚਾਹੁੰਦਾ ਹੁਣ ਆਪਣੇ ਸਿਰ ਤੋਂ ਕਰਜ਼। ਸਦੀਆਂ ਬੀਤ ਗਈਆਂ, ਫਿਰ ਵੀ ਜਦੋਂ 400 ਸਾਲਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਉਦੋਂ ਇਸਲਾਮ ਵੱਲੋਂ ਆਇਆ ਵਫਦ ਕਹਿੰਦਾ ਕਿ ਜਹਾਂਗੀਰ ਦਾ ਕੋਈ ਕਸੂਰ ਨਹੀਂ ਸੀ ਗੁਰੂ ਸਾਹਿਬ ਦੀ ਸ਼ਹਾਦਤ ਵਿੱਚ। ਫਿਰ ਦਿੱਲੀ ਦੀ ਹਕੂਮਤ ਸਟੇਜ ਤੇ ਬੋਲਦਿਆਂ ਕਿਹਾ, ਜਿਹੜੀ ਕੋਈ ਮੰਤਰੀ ਹੁਣ ਚੜ੍ਹਾਈ ਕਰ ਚੁੱਕੀ ਹੈ ਉਹ ਬੀਬੀ, ਉਸ ਨੇ ਕਿਹਾ ਕਿ ਚੰਦੂ ਦਾ ਕੋਈ ਕਸੂਰ ਨਹੀਂ ਸੀਗਾ। ਫਿਰ ਕਸੂਰ ਕਿਹਦਾ ਸੀ? ਉਹ ਕਹਿੰਦੇ ਆ ਕਿ ਜਹਾਂਗੀਰ ਦਾ ਕਸੂਰ ਨਹੀਂ, ਤੁਸੀਂ ਕਹਿੰਦੇ ਚੰਦੂ ਦਾ ਕਸੂਰ ਨਹੀਂ। ਪਰ ਕਿਹਦੀ ਤੁਹਾਡੇ ਦੋਵਾਂ ਵਿੱਚੋਂ ਸੁਣਨਾ ਕਰੀਏ, ਕਸੂਰ ਤਾਂ ਦੋਹਾਂ ਦਾ ਹੈ। ਸਾਡਾ ਇਤਿਹਾਸ ਵੀ ਇਹ ਦੱਸਦਾ ਹੈ। ਜੇ ਚੰਦੂ ਦਾ ਕਸੂਰ ਨਹੀਂ ਸੀ ਤੇ ਮਹਾਰਾਜ ਜੀ ਨੇ ਫਿਰ ਉਸ ਨੂੰ ਜਿਹੜੀ ਸਜ਼ਾ ਦਿੱਤੀ ਹੈ ਕਿ ਉਹ ਬੇਗੁਨਾਹੇ ਨੂੰ ਸਜ਼ਾ ਦਿੱਤੀ ਹੈ। ਸਤਿਗੁਰਾਂ ਦਾ ਨਿਆਂ ਗਲਤ ਸੀ। ਜੇ ਚੰਦੂ ਦਾ ਕਸੂਰ ਨਹੀਂ ਸੀ ਤਾਂ ਚੰਦੂ ਦਾ ਕਸੂਰ ਸੀ, ਜਹਾਂਗੀਰ ਦਾ ਵੀ ਕਸੂਰ ਸੀ। ਸਦੀਆਂ ਬੀਤ ਜਾਣ ਤੋਂ ਵੀ ਉਹ ਕਹਿੰਦੇ ਆ ਸਾਡੇ ਸਿਰ ਤੋਂ ਇਹ ਜਿਹੜਾ ਹੈ ਦਾਗ ਲੱਥ ਜਾਵੇ, ਪਰ ਇਹ ਦਾਗ ਲੱਥ ਨਹੀਂ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਕਹਿੰਦਾ ਇਹ ਜਹਾਂਗੀਰ ਕਿ ਮਹਾਰਾਜ ਮੇਰੇ ਸਿਰ ਤੇ ਕੋਈ ਹੋਰ ਫਰਜ਼ ਨਾ ਰਹਿ ਜਾਵੇ। ਇਹ ਚੰਦੂ ਅਪਰਾਧੀ ਹੈ, ਇਹ ਮੈਂ ਤੁਹਾਡੇ ਹਵਾਲੇ ਕਰਦਾ ਹਾਂ। ਜਿਮ ਕੀਨੋ ਤਿਮ ਫਲ ਕੋ ਲਹੈ। ਜਿਵੇਂ ਇਸ ਨੇ ਗਲਤੀ ਕੀਤੀ ਹੈ ਉਸੇ ਤਰ੍ਹਾਂ ਦਾ ਹੀ ਫਲ ਇਹਨੂੰ ਮਿਲਣਾ ਚਾਹੀਦਾ ਏ। ਇਮ ਕਹਿ ਨਰ ਪੁਨ ਔਰ ਪਠਾਇਓ। ਇਉਂ ਕਹਿ ਕੇ ਇੱਕ ਹੋਰ ਉਹਨੇ ਆਪਣਾ ਨੌਕਰ ਜਿਹੜਾ ਸੀ ਜਹਾਂਗੀਰ ਨੇ ਪਿੱਛੇ ਭੇਜਣਾ ਕੀਤਾ। ਚੰਦ ਸਦਨ ਕਿਉਂ ਬਿਲਮ ਲਗਾਇਓ। ਕਹਿੰਦਾ ਚੰਦੂ ਨੂੰ ਕਹੋ ਕਿ ਘਰ ਵਿੱਚ ਹੁਣ ਦੇਰੀ ਕਿਉਂ ਕਰ ਛੱਡੀ ਹੈ।
ਆਉਂਦਾ ਕਿਉਂ ਨਹੀਂ ਮਾਲਾ ਲੈ ਕੇ, ਤੂੰ ਦੇਰੀ ਕਿਉਂ ਕੀਤੀ ਐ। ਆਨੋ ਸੀਗਰ ਗਇਓ ਤਬ ਧਾਏ। ਤੇ ਨੌਕਰ ਨੂੰ ਕਹਿੰਦਾ, ਸਿਪਾਹੀ ਨੂੰ ਕਹਿੰਦਾ, ਜਹਾਂਗੀਰ ਛੇਤੀ ਨਾਲ ਉਹਨੂੰ ਲੈ ਕੇ ਆਉਣਾ ਕਰ। ਬੜਾ ਧਾ ਕੇ ਦੌੜ ਕੇ ਉਹ ਨੌਕਰ ਗਿਆ ਏ। ਉਠ ਦੀਵਾਨ ਕਿਉਂ ਬੈਠਿਓ ਆਏ। ਕਹਿੰਦਾ ਹੈ, ਹੇ ਦੀਵਾਨ ਚੰਦੂ, ਤੂੰ ਕਿਵੇਂ ਘਰ ਵਿੱਚ ਬੈਠਿਆ ਹੋਇਆ ਹੈ ਆ ਕਰਕੇ। ਸ਼ਾਹੋ ਯਾਦ ਕਰ ਬਾਰੰਬਾਰੀ। ਬਾਰ-ਬਾਰ ਬਾਦਸ਼ਾਹ ਜਹਾਂਗੀਰ ਤੈਨੂੰ ਯਾਦ ਕਰ ਰਿਹਾ ਏ। ਹੈ ਕਿ ਨਹੀਂ ਦੇਹੋ ਅਰਜ ਗੁਜ਼ਾਰੀ। ਤੇਰੇ ਕੋਲ ਹੈ ਜਾਂ ਨਹੀਂ ਮਾਲਾ, ਜਾ ਕੇ ਤੂੰ ਜਿਹੜੀ ਆ ਬੇਨਤੀ ਦੱਸ ਦੇਣਾ ਕਰ। ਦੇਖਿਓ ਨਰ ਜਬ ਦੁਤੀ ਪਠਾਇਓ। ਜਦੋਂ ਵੇਖਿਆ ਕਿ ਦੂਸਰਾ ਹੋਰ ਮਨੁੱਖ ਪਿੱਛੋਂ ਭੇਜ ਦਿੱਤਾ ਜਹਾਂਗੀਰ ਨੇ, ਚਿੰਤਾ ਬਸੀ ਤਰਾਸ ਕੁਛ ਪਾਇਓ। ਚਿੰਤਾ ਦੇ ਵਸੀਕਾਰ ਹੋਇਆ, ਕਿਉਂਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਗੁਰੂ ਹਰਗੋਬਿੰਦ ਸਾਹਿਬ ਦਿੱਲੀ ਆਏ ਬੈਠੇ ਐ। ਚੰਦੂ ਦਾ ਦਿਲ ਧੜਕਦਾ ਸੀ, ਜਹਾਂਗੀਰ ਨਾਲ ਮਿਲਾਪ ਹੋ ਰਿਹਾ ਹੈ। ਚੰਦੂ ਨੂੰ ਆਪਣਾ ਖੌਫ ਸਤਾਉਂਦਾ ਸੀ। ਜਿਨ੍ਹਾਂ ਨੇ ਪਾਪ ਕੀਤੇ ਹੁੰਦੇ ਆ ਨਾ, ਕੁਝ ਵੀ ਜੇ ਕੋਈ ਨਾ ਕਹੇ ਤੇ ਤਾਂ ਵੀ ਅੰਦਰੋਂ ਉਹਨਾਂ ਦਾ ਦਿਲ ਭੈ ਭੀਤ ਹੁੰਦਾ ਹੈ, ਡਰਦੇ ਐ। ਚੰਦੂ ਦੇ ਮਨ ਦੇ ਅੰਦਰ ਖੌਫ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਆ ਗਏ ਹੈ। ਜਹਾਂਗੀਰ ਦੇ ਨਾਲ ਬੜਾ ਮੇਲ ਮਿਲਾਪ ਹੋਇਆ ਹੈ। ਦਿਲ ਦਾ ਧੜਕ ਰਿਹਾ ਜਦੋਂ ਆਇਆ ਹੈ ਸਿਪਾਹੀ ਲੈਣ ਵਾਸਤੇ। ਘਰ ਤੇ ਚਲਿਓ ਸ਼ੀਘਰਤਾ ਧਰੀ। ਬੜੀ ਸ਼ੀਘਰਤਾ ਨਾਲ ਕਾਲੀ ਕਰਕੇ ਫਿਰ ਆਪਣੇ ਘਰ ਤੋਂ ਜਦੋਂ ਚੱਲਿਆ ਹੈ। ਅਟਕ ਬਸਤਰ ਤੇ ਪਗੀਆ ਗਿਰੀ। ਪੈਰ ਦਾ ਵਸਤ ਜਿਹੜਾ ਸੀ ਨਾ, ਧੋਤੀ ਬੰਨੀ, ਉਹ ਪੈਰ 'ਚ ਅੜ ਗਈ ਤੇ ਠੇਡਾ ਖਾ ਕੇ ਦੀ ਪੱਗ ਲੱਥ ਕੇ ਆਉ ਗਈ। ਜਦੋਂ ਤੁਰਨ ਲੱਗਿਆ ਹੈ ਘਰੋਂ, ਸਨਮੁਖ ਸ਼ੀਂਕ ਬਾਮ ਦ੍ਰਿਗ ਫਰਕਾ। ਤੇ ਇਹਦਾ ਜਿਹੜਾ ਸੀ ਨਾ ਖੱਬਾ ਨੇਤਰ ਫੜਕ ਉੱਠਿਆ ਤੇ ਇਸ ਪ੍ਰਕਾਰ ਇਹਨੂੰ ਛਿੱਕ ਜਿਹੜੀ ਸੀ ਆਈ। ਭਾਵੇਂ ਕਿ ਇਹ ਜਿਹੜੇ ਸਗਨ ਅਪਸਗਨ ਹਨ ਨਾ, ਇਹ ਗੁਰਸਿੱਖੀ ਵਿੱਚ ਨਹੀਂ ਮੰਨੇ ਜਾਂਦੇ, ਕਿਉਂਕਿ ਇਹ ਜਿਹੜਾ ਹੈ ਨਾਮ ਦੇ ਨਾਲ ਜੁੜਿਆ ਹੋਇਆ ਮਨੁੱਖ, ਉਹਦੇ ਲਈ ਇਹ ਚੀਜ਼ਾਂ ਮਹਿਣੇ ਨਹੀਂ ਰਖਾਉਂਦੀਆਂ। ਪਰ ਜਿਹੜਾ ਸਧਾਰਨ ਜ਼ਿੰਦਗੀ ਬਤੀਤ ਕਰਦਾ ਹੈ, ਇਹ ਸੰਕੇਤ ਸਰਵਨਾਸ਼ ਦੇ ਜਣਾ ਦਿੰਦੇ ਹੈ, ਨਾਸ਼ ਹੋਣ ਦੇ ਸੰਕੇਤ ਮਿਲਦੇ ਹੈ। ਜਦੋਂ ਮਨੁੱਖ ਨੂੰ ਕੋਈ ਅਣਹੋਈ ਹੋਣੀ ਹੁੰਦੀ ਹੈ ਨਾ, ਪਤਾ ਨਹੀਂ ਉਹਨੂੰ ਹੁੰਦਾ, ਪਰ ਫਿਰ ਵੀ ਕੁਝ ਸੰਕੇਤ ਮਿਲਦੇ ਆ ਕੁਦਰਤ ਵੱਲੋਂ। ਜਿਵੇਂ ਗੁਰੂ ਸਾਹਿਬ ਦੇ ਯੁੱਧ ਦੀ ਵਾਰਤਾ ਆਉਂਦੀ ਹੈ, ਜਦੋਂ ਦੁਸ਼ਮਣ ਦੀ ਸੈਨਾ ਚੜ੍ਹਦੀ ਹੈ, ਉਹਨਾਂ ਨੂੰ ਹਵਾ ਪੁੱਠੀ ਵਗਦੀ ਹੈ, ਉਹਦਾ ਇਹ ਸੰਕੇਤ ਹੁੰਦਾ ਹੈ ਕਿ ਹਾਰ ਹੋਊਗੀ। ਫਿਰ ਗਿੱਦੜੀਆਂ ਪੁਕਾਰਦੀਆਂ ਰਸਤੇ ਵਿੱਚ, ਘੋੜੇ ਡਿੱਗ ਡਿੱਗ ਪੈਂਦੇ ਐ, ਬੜੇ ਮਲੀਨ ਜੇ ਚਿਹਰੇ ਹੁੰਦੇ ਐ, ਉਤਸ਼ਾਹ ਨਹੀਂ ਮਨਾਂ ਵਿੱਚ ਹੁੰਦਾ। ਇਹ ਸਾਰੇ ਸੰਕੇਤ ਹੁੰਦੇ ਆ ਕੁਦਰਤ ਵੱਲੋਂ। ਇਹ ਜਦੋਂ ਤੁਰਿਆ, ਇਹਦੀ ਪੱਗ ਲੱਥ ਕੇ ਆਉ ਗਈ, ਛਿੱਕ ਆਈ ਇਸ ਨੂੰ, ਤੇ ਫਿਰ ਇਹਦਾ ਨੇਤਰ ਵੀ ਫੜਕਿਆ ਹੈ। ਜਾਤ ਅਚਾਨਕ ਔਰ ਲੱਗ ਧਰਕਾ। ਤੇ ਜਦੋਂ ਤੁਰਿਆ ਹੈ, ਅਚਾਨਕ ਹੀ ਦਿਲ ਤੇਜ਼ੀ ਨਾਲ ਧੜਕਣ ਲੱਗ ਪਿਆ। ਕਿਉਂ ਧੜਕੇ ਕਿਉਂ ਨਾ, ਹੁਣ ਗੁਰੂ ਸਾਹਿਬ ਜੀ ਨੇ ਕਿੰਨਾ ਸ਼ਾਂਤ ਪੂਰਵਕ ਇਹਦੇ ਨਾਲ ਬਚਨ ਬਿਲਾਸ ਕੀਤੇ। ਹਜੂਰ ਨੇ ਬਾਰ-ਬਾਰ ਇਹੀ ਆਖਿਆ, ਚੰਦੂ ਜੇ ਤੂੰ ਚੁਬਾਰੇ ਦੀ ਨਿਆਈ ਵੱਡਾ ਏ, ਅਸੀਂ ਤਾਂ ਮੋਰੀ ਦੀ ਨਿਆਈ ਛੋਟੇ ਹੀ ਹਾਂ। ਤੈਨੂੰ ਚਾਹੀਦਾ ਕੋਈ ਚੁਬਾਰੇ ਦੇ ਨਿਆਈ ਵੱਡੇ ਪਰਿਵਾਰ ਵਿੱਚ ਰਿਸ਼ਤਾ ਕਰ ਲੈ। ਅਸੀਂ ਮੋਰੀ ਦੀ ਨਿਆਈ ਛੋਟੇ ਹਾਂ, ਸਾਨੂੰ ਕੋਈ ਗਰੀਬ ਹੀ ਮਿਲ ਪਵੇਗਾ। ਇਹ ਸਤਿਗੁਰਾਂ ਜੀ ਨੇ ਨਿਮਰਤਾ ਨਾਲ ਵਾਕ ਕਹੇ ਸੀ, ਪਰ ਉਸ ਸਮੇਂ ਬਾਦਸ਼ਾਹ ਦਾ ਦੀਵਾਨ ਹੋਣ ਦਾ ਗਰੂਰ ਸੀ ਇਸ ਨੂੰ, ਹੰਕਾਰ ਸੀ ਇਸ ਨੂੰ, ਹਕੂਮਤ ਦਾ ਨਸ਼ਾ ਸੀਗਾ। ਤੇ ਇਹ ਦੁਨਿਆਵੀ ਹਕੂਮਤਾਂ ਸਦਾ ਨਹੀਂ ਰਹਿੰਦੀਆਂ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਵੱਲ ਨੂੰ ਜਦੋਂ ਤੁਰਨ ਲੱਗਾ ਤੇ ਦਿਲ ਇਹਦਾ ਬੜੀ ਤੇਜ਼ੀ ਨਾਲ ਧੱਕ ਧੱਕ ਕਰਕੇ ਛਾਤੀ ਵਿੱਚ ਵੱਜਣ ਲੱਗ ਪਿਆ। ਸ਼ਾਹੋ ਨਿਕਟ ਤੂਰਨ ਚੱਲ ਗਇਓ। ਬੜੀ ਛੇਤੀ ਨਾਲ ਬਾਦਸ਼ਾਹ ਦੇ ਕੋਲ ਚੱਲ ਕਰਕੇ ਆਇਆ। ਗੁਰ ਬੈਠੇ ਦੇਖ ਦੁਖ ਅਤ ਭਇਓ। ਗੁਰੂ ਸਾਹਿਬ ਉੱਚੇ ਥਾਂ ਤੇ ਬੈਠੇ ਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਦੇ ਸੀਸ ਤੇ ਕਲਗੀ ਸੋਭਾ ਪਾ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਵੱਡਾ ਸਰੀਰ ਦਾ ਡੀਲ ਡੌਲ ਹੈ। ਹਜੂਰ ਨੂੰ ਉੱਚੇ ਥਾਂ ਤੇ ਬੈਠਿਆਂ ਵੇਖ ਕੇ ਬੜਾ ਇਹਦਾ ਚਿੱਤ ਦੁਖਿਆ।
ਬੜਾ ਮਨ ਦੇ ਅੰਦਰ ਘਬਰਾਇਆ ਏ। ਹਾਥ ਜੋਰ ਬੋਲਿਓ ਢਿੱਗ ਸ਼ਾਹੂ, ਜਹਾਂਗੀਰ ਦੇ ਕੋਲ ਹੱਥ ਜੋੜ ਕਰਕੇ ਬੋਲਿਆ ਕਰਕੇ, ਮਨ ਕੇ ਹੁਤੇ ਮੋਰ ਘਰ ਮਾਹੂ, ਕਹਿੰਦਾ ਮਣਕੇ ਤਾਂ ਸੀਗੇ ਬਾਦਸ਼ਾਹ ਸਲਾਮਤ ਮੇਰੇ ਘਰ ਦੇ ਅੰਦਰ, ਰਹੇ ਖੋਜ ਸੋ ਅਬ ਨਹਿ ਪਾਏ। ਮੈਂ ਖੋਜਦਾ ਰਿਹਾ ਲੱਭਦਾ ਰਿਹਾ ਪਰ ਹੁਣ ਮੈਨੂੰ ਪ੍ਰਾਪਤ ਨਹੀਂ ਹੋਏ। ਓਨ ਨਰ ਬ੍ਰਿੰਦ ਬਾਜ਼ਾਰ ਪਠਾਏ, ਮੈਂ ਤਾਂ ਬਹੁਤ ਸਾਰੇ ਨੌਕਰ ਵੀ ਬਾਜ਼ਾਰ ਵਿੱਚ ਭੇਜਣਾ ਕੀਤੇ ਸੀਗੇ ਖੋਜ ਰਹੇ ਨਹਿ ਕਿਤਹੂ ਪਾਏ। ਕਿ ਖੋਜਦੇ ਰਹੇ ਪਰ ਉਹਦੇ ਨਾਲ ਦੇ ਮਣਕਾ ਵੀ ਕੋਈ ਕਿਤੋਂ ਨਹੀਂ ਪ੍ਰਾਪਤ ਹੋਇਆ। ਸਭ ਥਲ ਤੇ ਸ਼ੂਸ਼ੇ ਨ ਰਿਆਏ, ਸਾਰੇ ਥਾਵਾਂ ਤੋਂ ਜਿਹੜੇ ਨੌਕਰ ਨੇ ਉਹ ਖਾਲੀ ਹੱਥ ਵਾਪਸ ਆਏ ਐ। ਅਬ ਜੇ ਦੇਰ ਕਰੋ ਦਿਨ ਕੋਏ, ਤੇ ਜੇ ਹੁਣ ਥੋੜੇ ਦਿਨ ਜੇ ਦੇਰ ਕਰ ਲਓ ਭਾਵ ਉਡੀਕ ਕਰ ਲਵੋ ਤਾਂ ਆਨੇ ਖੋਜ ਨਗਰ ਜਿਸ ਹੋਏ। ਜਿਸ ਥਾਂ ਤੇ ਹੋਣਗੇ ਉਹ ਮਣਕੇ ਮਾਲਾ ਦੇ ਤੇ ਮੈਂ ਖੁਜਵਾ ਕੇ ਲਭਾ ਕੇ ਲੈ ਆਵਾਂਗਾ। ਏਮ ਕਹਿ ਚੰਦੂ ਤੂਸ਼ਨ ਹੋਇਓ, ਇਉਂ ਕਹਿ ਕੇ ਚੰਦੂ ਚੁੱਪ ਕਰ ਗਿਆ। ਸ਼ਾਹੋ ਬਦਨ ਗੁਰ ਕੋ ਤਬ ਜੋਇਓ, ਬਾਦਸ਼ਾਹ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਦੇ ਚਿਹਰੇ ਵੱਲ ਵੇਖਣ ਲੱਗ ਪਿਆ ਰਿਸ ਕੁਛ ਕਹਿਓ ਪਿਖੋ ਇਤ ਕਹਾਂ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਬੈਠੇ ਹੋਏ ਐ। ਕੁਝ ਕੁ ਗੁੱਸੇ ਦੇ ਨਾਲ ਜਹਾਂਗੀਰ ਕਹਿੰਦਾ ਕੀ ਮੇਰੇ ਵੱਲ ਇੱਧਰ ਵੇਖ ਰਿਹਾ ਏ। ਪ੍ਰਭੂ ਦਰਗਾਹ ਏਕ ਸਮ ਜਹਾਂ, ਇਹ ਪ੍ਰਭੂ ਦੀ ਦਰਗਾਹ ਦੇ ਅੰਦਰ ਜਿੱਥੇ ਇੱਕ ਜਿਹਾ ਸਭ ਨਾਲ ਨਿਆਂ ਹੁੰਦਾ ਏ ਬਦਲਾ ਪਿਤ ਕੋ ਲੇਵੈ ਤਹਾਂ। ਤਾਂ ਸੱਚੇ ਪਾਤਸ਼ਾਹ ਮਹਾਰਾਜ ਇਹ ਬੋਲ ਕਹਿੰਦੇ ਆ। ਪਿੱਛੋਂ ਫਿਰ ਪੰਕਤੀਆਂ ਪੜੋ। ਸ਼ਾਹੋ ਬਦਨ ਗੁਰ ਕੋ ਤਬ ਜੋਇਓ, ਸਤਿਗੁਰੂ ਜੀ ਦਾ ਚਿਹਰਾ ਜਹਾਂਗੀਰ ਵੇਖ ਰਿਹਾ ਹੈ ਮਹਾਰਾਜ ਜੀ ਦੇ ਮੁਖਾਰ ਬਿੰਦ ਵੱਲ। ਰਿਸ ਕੁਛ ਕਹਿਓ ਪਿਖੋ ਇਤ ਕਹਾਂ। ਸੱਚੇ ਪਾਤਸ਼ਾਹ ਆਪ ਗਰੀਬ ਨਵਾਜ ਬੋਲੇ ਆ। ਮਹਾਰਾਜ ਕਹਿੰਦੇ ਆ ਥੋੜਾ ਵੀਰ ਰਸ ਧਾਰ ਕੇ ਕਿ ਚੰਦੂ ਤੂੰ ਕੀ ਵੇਖਦਾ ਹੈ ਇੱਧਰ ਨੂੰ ਸਾਡੇ ਵੱਲ ਨੂੰ। ਪ੍ਰਭੂ ਦਰਗਾਹ ਏਕ ਸਮ ਜਹਾਂ, ਜਿੱਥੇ ਪ੍ਰਭੂ ਦੀ ਦਰਗਾਹ ਹੈ ਨਾ ਉੱਥੇ ਸਭ ਨਾਲ ਇੱਕ ਸਮਾਨ ਨਿਆਂ ਹੁੰਦਾ ਏ। ਬਦਲਾ ਪਿਤ ਕੋ ਲੇਵੈ ਤਹਾਂ। ਤੋ ਉੱਥੇ ਅਸੀਂ ਆਪਣੇ ਪਿਤਾ ਦੇ ਜਿਹੜੀ ਸਾਡੇ ਪਿਤਾ ਸਤਿਗੁਰਾਂ ਦੀ ਸ਼ਹਾਦਤ ਹੋਈ ਹੈ ਨਾ ਉਹਦਾ ਨਿਆਂ ਅਸੀਂ ਉੱਥੇ ਦਰਗਾਹ ਵਿੱਚ ਵੀ ਮਹਾਰਾਜ ਕਹਿੰਦੇ ਜਹਾਂਗੀਰ ਵੱਲ ਵੀ ਮੁੱਖ ਕਰਕੇ ਕਹਿੰਦੇ ਆ। ਮਹਾਰਾਜ ਕਹਿੰਦੇ ਦਰਗਾਹ ਵਿੱਚ ਨਿਆਂ ਕਰਾਂਗੇ। ਨਰਕ ਸਜਾਏ ਪਾਪੀਅਨ ਮਹਾ, ਜਿੱਥੇ ਪਾਪੀਆਂ ਨੂੰ ਭਾਰੀ ਨਰਕਾਂ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਕਹੀ ਪੀਰ ਕੀ ਇੱਕ ਔਰ ਬੀਚ, ਤੇ ਇਉਂ ਇਹ ਸਾਈਂ ਮੀਆਂ ਮੀਰ ਜੀ ਨੇ ਜੋ ਦੱਸਿਆ ਸੀਗਾ ਜਹਾਂਗੀਰ ਕਹਿੰਦਾ ਹੈ ਕਿ ਮਹਾਰਾਜ ਮੈਨੂੰ ਪੀਰ ਨੇ ਸਾਈਂ ਮੀਆਂ ਮੀਰ ਨੇ ਦੱਸਿਆ ਸੀਗਾ ਇਹ ਸਾਰੀ ਵਾਰਤਾ। ਕਰਿਓ ਕੁਕਰਮ ਜਥਾ ਇਹ ਨੀਚ, ਜਿਸ ਤਰ੍ਹਾਂ ਇਸ ਨੀਚ ਪਾਪੀ ਚੰਦੂ ਨੇ ਕੁਕਰਮ ਕਰਨਾ ਕੀਤਾ ਸੀ। ਦੁਤੀਏ ਗੁਰੂ ਕਹਿਓ ਬਹੁ ਬਾਰ, ਦੂਸਰਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਬਹੁਤ ਵਾਰ ਇਹ ਕਹਿਣਾ ਕੀਤਾ। ਜਾਣਿਓ ਨਿਸ਼ਚੈ ਕਰ ਨਿਰਧਾਰ, ਜਹਾਂਗੀਰ ਕਹਿੰਦਾ ਮੈਂ ਨਿਸ਼ਚਾ ਕਰ ਲਿਆ ਜਾਣ ਲਿਆ ਜੋ ਕੋਈ ਇਸਨੇ ਕਰਨਾ ਕੀਤਾ ਸੀ ਆਪਣੀ ਹਵੇਲੀ ਦੇ ਅੰਦਰ ਉਬਲਦੀ ਦੇਗ ਵਿੱਚ ਮਹਾਰਾਜ ਜੀ ਨੂੰ ਬਿਠਾਉਣਾ, ਫਿਰ ਸੱਚੇ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾਉਣਾ, ਅੰਗਿਆਰਾਂ ਵਰਗਾ ਰੇਤਾ ਮਹਾਰਾਜ ਜੀ ਦੇ ਸੀਸ ਤੇ ਪਾਉਣਾ। ਚੰਦੂ ਕਹਿੰਦਾ ਮਹਾਰਾਜ ਮੈਂ ਸਾਰਾ ਕੁਝ ਨਿਰਣਾ ਕਰ ਲਿਆ ਸੀਗਾ। ਬਿਨਾ ਸੰਦੇਹ ਸ਼ਾਹੋ ਤਬ ਕਹਿਓ, ਇਹ ਬਿਨਾ ਸੰਦੇਹ ਤੋਂ ਸ਼ੰਕੇ ਤੋਂ ਹੋ ਕਰਕੇ ਬਾਦਸ਼ਾਹ ਜਹਾਂਗੀਰ ਨੇ ਸਭ ਕੁਝ ਕਹਿਣਾ ਕੀਤਾ ਇਸ ਚੰਦੂ ਦੀ ਬਾਬਤ। ਚੰਦੂ ਅਪਰਾਧੀ ਮਨ ਲਹਿਓ, ਮਹਾਰਾਜ ਮੈਂ ਮਨ ਦੇ ਅੰਦਰ ਇਹ ਹੁਣ ਜਾਣ ਲਿਆ ਕਿ ਚੰਦੂ ਆਪ ਦਾ ਅਪਰਾਧੀ ਹੈ। ਹਮਰੇ ਸੀਸ ਦੋਸ਼ ਨਹਿ ਧਰਿਏ, ਜਹਾਂਗੀਰ ਹੱਥ ਜੋੜ ਕੇ ਕਹਿੰਦਾ ਹਜੂਰ ਮੇਰੇ ਸਿਰ ਤੇ ਕੋਈ ਦੋਸ਼ ਨਾ ਮਹਾਰਾਜ ਲੱਗ ਜਾਵੇ, ਮੇਰੇ ਦੇ ਸਿਰ ਤੇ ਦੋਸ਼ ਨਾ ਧਰਨਾ ਕਰਿਓ। ਕਿਮ ਦਰਗਾਹ ਨਾ ਬੈਰ ਸੰਭਰੀਏ, ਦਰਗਾਹ ਦੇ ਵਿੱਚ ਵੀ ਕਿਸੇ ਪ੍ਰਕਾਰ ਮਹਾਰਾਜ ਮੇਰੇ ਨਾਲ ਵੈਰ ਨਾ ਚੇਤੇ ਕਰਿਓ। ਇਹਾਂ ਨਵੇਰੋ ਬਦਲਾ ਸਾਰੋ, ਇੱਥੇ ਹੀ ਨਿਬੇੜਾ ਕਰ ਦਿਓ ਮਹਾਰਾਜ ਸਾਰਾ ਜੋ ਬਦਲਾ ਆਪ ਜੀ ਨੇ ਕਿਹਾ ਨਾ ਕਿ ਪਿਤਾ ਜੀ ਦੀ ਸ਼ਹਾਦਤ ਦਾ ਲਵਾਂਗੇ। ਹਮ ਕੋ ਆਸ਼ਿਕ ਬਚਨ ਉਚਾਰੋ, ਮਹਾਰਾਜ ਸਾਨੂੰ ਜਿਹੜੇ ਅਸੀਸ ਦੇ ਬਚਨ ਹਨ ਨਾ ਉਹ ਆਪਣੇ ਮੁਖ ਤੋਂ ਕਹਿਣਾ ਕਰੋ। ਜੇ ਹਮਰੀ ਕੁਛ ਲਖੋ ਖੁਟਾਈ, ਜੇ ਮਹਾਰਾਜ ਮੇਰੀ ਕੁਝ ਖੁਟਿਆਈ ਆਪ ਗਲਤੀ ਲਖਦੇ ਹੋ ਜਾਣਦੇ ਹੋ ਤਉ ਹਮ ਕਉ ਦੇਹੋ ਦੰਡ ਬਣਾਈ, ਤਾਂ ਮਹਾਰਾਜ ਮੈਨੂੰ ਵੀ ਆਪ ਦੰਡ ਦੇ ਸਕਦੇ ਹੋ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਵੱਡੀ ਸੋਭਾ ਇਹ ਸਾਧ ਸੰਗਤ ਜੀ ਉਸ ਸਮੇਂ ਦਾ ਰਾਜ
ਕਿ ਬਾਦਸ਼ਾਹ ਸਾਹਮਣੇ ਖਲੋ ਕੇ ਕਹਿ ਰਿਹਾ ਹੋਵੇ ਕਿ ਮਹਾਰਾਜ ਮੈਨੂੰ ਵੀ ਆਪ ਜੇ ਚਾਹੋ ਤੇ ਸਜ਼ਾ ਦੇ ਸਕਦੇ ਹੋ, ਨਾਹੇ ਤਾਂ ਜਾਹੇ ਅਵਗਿਆ ਕਰੀ। ਨਹੀਂ ਤਾਂ ਮਹਾਰਾਜ ਜਿਸ ਨੇ ਇਹ ਅਵਗਿਆ ਗਲਤੀ ਕੀਤੀ ਹੈ ਤਿਸ ਤੇ ਲਿਹੋ ਬਦਲਾ ਇਸ ਘਰੀ। ਇਸ ਘੜੀ ਮਹਾਰਾਜ ਉਸ ਦੇ ਕੋਲੋਂ ਬਦਲਾ ਲੈਣਾ ਕਰੋ, ਭਾਵ ਨਿਆਂ ਕਰਨਾ ਕਰੋ। ਮਮ ਸਿਰ ਤੇ ਅਬ ਕਰਜ਼ ਉਤਾਰੋ। ਮੇਰੇ ਸਿਰ ਤੋਂ ਇਹ ਕਰਜ਼ ਜਿਹੜਾ ਨਾ, ਕਿਉਂਕਿ ਰਾਜ ਕਿਹਦਾ ਹੈ? ਜਹਾਂਗੀਰ ਦਾ ਰਾਜ ਹੈ, ਤੇ ਇਹ ਜਿਸ ਦੇ ਰਾਜ ਵਿੱਚ ਜੋ ਕੁਝ ਹੋਇਆ ਹੈ ਉਹ ਉਸ ਗੱਲ ਤੋਂ ਕਿਵੇਂ ਮੁਨਕਰ ਹੋ ਸਕਦਾ ਹੈ? ਇਹ ਕਿਵੇਂ ਕਹਿ ਸਕਦਾ ਹੈ ਕਿ ਮੇਰੀ ਗਲਤੀ ਨਹੀਂ? ਸਾਰੇ ਦੇਸ਼ ਦੀ ਅੰਦਰ ਕਾਨੂੰਨ ਦੀ ਵਿਵਸਥਾ ਕੌਣ ਚਲਾ ਰਿਹਾ ਹੈ ਤੇ ਫਿਰ ਕਹੇ ਕਿ ਮੇਰੀ ਗਲਤੀ ਨਹੀਂ? ਸਤਿਗੁਰੂ ਜੀ ਨੇ ਉਹ ਹੱਥ ਜੋੜ ਕਰਕੇ ਹੁਣ ਕਹਿੰਦਾ ਹੈ, ਕਹੋ ਨਿਸੰਗ ਬਾਤ ਨਿਰਧਾਰੋ। ਮਹਾਰਾਜ ਇੱਕ ਰਸ ਆਪ ਨਿਸੰਗ ਹੋ ਕਰਕੇ ਜੋ ਵੀ ਬਚਨ ਕਹੋ ਮਹਾਰਾਜ ਅਸੀਂ ਉਸ ਅਨੁਸਾਰ ਮੰਨਾਂਗੇ। ਗੁਰੂ ਕਹਿਓ ਬਲ ਪਾਏ ਤੁਮਾਰਾ। ਸੱਚੇ ਪਾਤਸ਼ਾਹ ਮਹਾਰਾਜ ਇਉਂ ਕਹਿੰਦੇ ਹਨ ਆਪਣੇ ਮੁਖ ਤੋਂ ਫਿਰ ਜਹਾਂਗੀਰ ਨੂੰ। ਜੋ ਕਰ ਹੈ ਅਪਰਾਧ ਉਦਾਰਾ। ਮਹਾਰਾਜ ਕਹਿੰਦੇ ਭਾਈ ਜਿਹੜਾ ਵੱਡਾ ਅਪਰਾਧ ਕਰਦਾ ਹੈ, ਅਪਰਾਧ ਪਾਪ ਕਮਾਉਂਦਾ ਹੈ ਜਿਹੜਾ ਵੀ ਮਨੁੱਖ, ਤਿਸ ਕੇ ਫਲ ਭਾਗੀ ਤੁਮ ਅਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਜਿਹੜਾ ਇਹ ਭਾਰੀ ਅਪਰਾਧ ਕੀਤਾ ਏ ਪਿਤਾ ਸਤਿਗੁਰੂ ਜੀ ਨੂੰ ਸ਼ਹੀਦ ਕਰਨ ਦਾ, ਉਸ ਦੇ ਜਿਹੜਾ ਇਹਨਾਂ ਵਿੱਚ ਜਹਾਂਗੀਰ ਤੂੰ ਵੀ ਜਿਹੜਾ ਭਾਗੀਦਾਰ ਤਾਂ ਹੈਗਾ ਹੀ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਰਾਜੇ ਨੂੰ ਮੂੰਹ ਤੇ ਕਿਹਾ, ਜਿਹਦਾ ਕਿ ਮੂੰਹ ਤੋਂ ਨਿਕਲਿਆ ਹੋਇਆ ਬੋਲ ਉਸ ਸਮੇਂ ਦੇ ਬਾਦਸ਼ਾਹ ਦਾ ਕਾਨੂੰਨ ਹੁੰਦਾ ਸੀ। ਜੋ ਕਹਿ ਦਵੇ ਉਸ ਅਨੁਸਾਰ ਹੀ ਉਸੇ ਸਮੇਂ ਉਹਨੂੰ ਜਿਹੜਾ ਕੀਤਾ ਜਾਂਦਾ ਸੀ, ਤਾਮੀਰ ਹੁੰਦਾ ਸੀ ਉਸ ਦਾ ਹੁਕਮ। ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਨੂੰ ਮੂੰਹ ਤੇ ਕਿਹਾ ਕਿ ਤੂੰ ਭਾਗੀਦਾਰ ਹੈ, ਜਿਹੜੀ ਸਤਿਗੁਰੂ ਪਿਤਾ ਦੀ ਸ਼ਹਾਦਤ ਹੋਈ ਹੈ ਉਹ ਇਹ ਨਾ ਕਹਿ ਕਿ ਮੈਨੂੰ ਕੋਈ ਪਤਾ ਨਹੀਂ ਸੀਗਾ। ਹਜੂਰ ਕਹਿੰਦੇ ਤੂੰ ਵਿੱਚ ਭਾਗੀਦਾਰ ਹੈ। ਚੱਲ ਦਰਗਾਹ ਵਿਖੈ ਕਿਮ ਕਹੋ। ਤੇ ਮਹਾਰਾਜ ਕਹਿੰਦੇ ਦਰਗਾਹ ਦੇ ਅੰਦਰ ਚੱਲ ਕਰਕੇ ਜਿਸ ਤਰ੍ਹਾਂ ਉੱਥੇ ਨਿਬੇੜਾ ਹੋਵੇਗਾ, ਤਹ ਲੇਖਾ ਸਭ ਲੈਣਾ ਦੇਣਾ। ਮਹਾਰਾਜ ਕਹਿੰਦੇ ਜਿਹੜਾ ਲੈਣ ਦੇਣ ਦਾ ਲੇਖਾ ਹੁੰਦਾ ਨਾ ਉਹ ਤਾਂ ਉਸ ਦਰਗਾਹ ਵਿੱਚ ਹੀ ਹੋਵੇਗਾ। ਹੋਤ ਸਭਨ ਕੋ ਕਿਮਹੁ ਮਿਟੇ ਨਾ। ਸਾਰਿਆਂ ਦਾ ਹੁੰਦਾ ਹੈ, ਕਿਸੇ ਪ੍ਰਕਾਰ ਵੀ ਨਹੀਂ ਮਿਟਦਾ ਏ। ਨਿਰਬਲ ਬਲੀ ਰੰਕ ਕੈ ਰਾਉ। ਚਾਹੇ ਕੋਈ ਨਿਰਬਲ ਹੈ, ਚਾਹੇ ਕੋਈ ਬਲੀ ਹੈ, ਚਾਹੇ ਕੋਈ ਰੰਕ ਹੈ, ਕੰਗਾਲ ਹੈ, ਚਾਹੇ ਕੋਈ ਰਾਜਾ ਹੈ, ਇੱਕ ਸਮ ਹੀ ਸਭ ਬਿਖਮ ਨਾ ਕਾਊ। ਇੱਕ ਸਮ ਇੱਕ ਬਰਾਬਰ ਹੀ ਸਭ ਨਾਲ ਵਿਵਹਾਰ ਹੁੰਦਾ ਹੈ, ਕਿਸੇ ਨਾਲ ਕੋਈ ਵਖਰੇਵਾ ਨਹੀਂ ਹੁੰਦਾ ਹੈ। ਸੁਨ ਕਰ ਸ਼ਾਹੋ ਕਹਿਓ ਗੁਰ ਸੰਗ। ਸੁਣ ਕਰਕੇ ਬਾਦਸ਼ਾਹ ਜਿਹੜਾ ਸੀ ਜਹਾਂਗੀਰ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਲੱਗਾ, ਹਮ ਨਹਿ ਜਾਣਿਓ ਛਲ ਇਸ ਢੰਗ। ਮਹਾਰਾਜ ਮੈਂ ਨਹੀਂ ਸੀ ਜਾਣਿਆ ਇਸ ਦਾ ਛਲ ਕਿ ਇਸ ਢੰਗ ਦੇ ਨਾਲ ਇਹ ਮਹਾਰਾਜ ਜੀ ਨੂੰ ਸ਼ਹੀਦ ਕਰੇਗਾ। ਕਿਉਂਕਿ ਕਵਜੀ ਦੇ ਮੁਤਾਬਕ ਜਦੋਂ ਜਹਾਂਗੀਰ ਦੀ ਸਭਾ ਉੱਠੀ ਸੀ ਨਾ ਲਾਹੌਰ ਵਿੱਚ, ਜਦੋਂ ਸਤਿਗੁਰੂ ਜੀ ਦਾ ਮਿਲਾਪ ਹੋਇਆ ਸੀ, ਇਸ ਨੇ ਜਹਾਂਗੀਰ ਦੇ ਕੰਨ ਵਿੱਚ ਕਿਹਾ ਸੀ ਕਿ ਮੈਂ ਜਿਹੜਾ 2 ਲੱਖ ਦਾ ਜੁਰਮਾਨਾ ਹੈ ਉਹ ਭਰਵਾ ਕੇ ਤੇ ਇਹਨਾਂ ਨੂੰ ਛੱਡ ਦਿਆਂਗਾ, ਜੋ ਇਸ ਇਤਿਹਾਸ ਵਿੱਚ ਜ਼ਿਕਰ ਆਇਆ। ਤੇ ਉਸ ਸਮੇਂ ਜਹਾਂਗੀਰ ਅਗਲੇ ਦਿਨ ਉੱਥੋਂ ਚੱਲ ਪਿਆ ਸੀਗਾ। ਜੋ ਕੁਛ ਇਸ ਨੇ ਮਗਰੋਂ ਯਾਸਾ ਦੀਆਂ ਸਜ਼ਾਵਾਂ ਦਿੱਤੀਆਂ ਨੇ, ਇਹ ਜਹਾਂਗੀਰ ਕਹਿ ਰਿਹਾ ਕਿ ਮੈਨੂੰ ਪੂਰੇ ਜਿਹੜਾ ਇਹਨੇ ਕੀਤਾ ਛਾਲੋ ਦਾ ਪਤਾ ਨਹੀਂ ਸੀਗਾ। ਪੀਰ ਵਜ਼ੀਰ ਖਾਨ ਕੈ ਆਪ। ਤੇ ਜਿਹੜਾ ਪੀਰ ਜਿਹੜੇ ਸੀ ਸਾਈਂ ਮੀਆਂ ਮੀਰ ਜੀ ਤੇ ਵਜ਼ੀਰ ਖਾਨ ਜਿਹੜਾ ਇਸ ਦਾ ਵਜ਼ੀਰ ਸੀ, ਜੋ ਗੁਰੂ ਸਾਹਿਬ ਦਾ ਸਿੱਖ ਸੀਗਾ। ਸੁਧ ਦੀਨਸ ਜਿਮ ਕੀਨਸ ਪਾਪ। ਜਿਵੇਂ ਇਹਨੇ ਪਾਪ ਕੀਤਾ ਮੈਨੂੰ ਵਜ਼ੀਰ ਖਾਨ ਨੇ ਖਬਰ ਦਿੱਤੀ ਤੇ ਸਾਈਂ ਮੀਆਂ ਮੀਰ ਜੀ ਨੇ ਖਬਰ ਦਿੱਤੀ। ਸੁਨ ਕਰ ਮੈਂ ਅਬ ਹੋਇਓ ਨਿਆਰੋ। ਤੇ ਮੈਂ ਤਾਂ ਇਹ ਸੁਣ ਕਰਕੇ ਹੁਣ ਨਿਆਰਾ ਹੋ ਗਿਆ, ਇਸ ਤੋਂ ਵੱਖਰਾ ਹੋ ਗਿਆ ਹਾਂ। ਨਿਸ ਅਪਰਾਧੀ ਗਹੋ ਕੇ ਮਾਰੋ। ਮਹਾਰਾਜ ਇਹ ਤੁਹਾਡਾ ਅਪਰਾਧੀ ਹੈ, ਇਹਨੂੰ ਪਕੜੋ ਚਾਹੇ ਮਾਰ ਦਿਓ। ਹਮ ਸਹਾਏ ਜੇ ਇਸ ਕੀ ਕਰੈ। ਜੇ ਅਸੀਂ ਇਸ ਦੀ ਸਹਾਇਤਾ ਕਰਨਾ ਕਰੀਏ ਤਾਂ ਤੁਮ ਦੇਸ਼ ਤੇ ਦੋਸ਼ਨ ਕੋ ਧਰੈ। ਮਹਾਰਾਜ ਫਿਰ ਤੁਹਾਡੇ ਅਸੀਂ ਵੀ ਦੋਸ਼ੀ ਹੋਵਾਂਗੇ। ਆਗਾ ਆਪਨ ਸੁਧਾਰਨ ਕਾਰਨ। ਆਪਣਾ ਅੱਗਾ ਪਰਲੋਕ ਸੁਧਾਰਨ ਦੇ ਕਾਰਨ ਵਾਸਤੇ ਮਿਲਹਿ ਨਾ ਹਮ ਇਸ ਕੀਨ ਉਚਾਰਨ। ਜੋ ਮਹਾਰਾਜ
ਇਹਨੇ ਕਿਹਾ ਹੈ ਜਾਂ ਇਹਨੇ ਕੀਤਾ ਹੈ, ਅਸੀਂ ਇਹਦੇ ਨਾਲ ਹੁਣ ਕੋਈ ਮਿਲਾਪ ਨਹੀਂ ਕਰਾਂਗੇ। ਪਾਪ ਕਰੋੜਨ ਕੇ ਸਮ ਪਾਪ, ਇਹਦਾ ਜਿਹੜਾ ਕੀਤਾ ਹੋਇਆ ਪਾਪ ਹੈ ਤੇ ਕਰੋੜਾਂ ਪਾਪਾਂ ਤੋਂ ਵੀ ਵੱਡਾ ਪਾਪ ਹੈ। ਕਹਿਓ ਪੀਰ ਨੇ ਮੁਝ ਸੋ ਆਪ, ਮੈਨੂੰ ਸਾਈਂ ਮੀਆਂ ਮੀਰ ਜੀ ਨੇ ਆਪ ਦੱਸਣਾ ਕੀਤਾ। ਜਿਸ ਤੇ ਗੋਰ ਧੂਮ ਨਿਕਸਾਵੇ, ਤੇ ਇਸ ਪ੍ਰਕਾਰ ਜਿਹੜਾ ਉਹ ਗੋ ਧੂਮ ਹੁੰਦਾ ਹੈ, ਜਿਸ ਤੋਂ ਕਹਿੰਦੇ ਆ ਨਿਕਸਦਾ ਹੈ ਭਾਵ ਨਿਕਲਦਾ ਹੈ, ਇਸ ਬਿਨ ਕੋ ਅਸ ਪਾਪ ਕਮਾਵੇ। ਤੇ ਇਹ ਜਿਹੜਾ ਗਊ ਦੇ ਚਮੜੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੜ ਕਰਕੇ ਕਵਿਰਾਜ ਜ਼ਿਕਰ ਕਰ ਰਹੇ ਹੈ ਕਿ ਜਦੋਂ ਇਹਨੇ ਅਖੀਰਲੇ ਦਿਨ ਚੌਥਾ ਦਿਨ ਸੀ ਜਦੋਂ, ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਨੇ ਇਹ ਬਚਨ ਕਹੇ ਸੀ ਕਿ ਗਊ ਦੇ ਚਮੜੇ ਵਿੱਚ ਮੜ ਕੇ ਨਾ ਤੇ ਇਹਨਾਂ ਨੂੰ ਧੁੱਪੇ ਰੱਖੋ, ਜਦੋਂ ਸੁੱਕੇਗਾ ਤੇ ਪ੍ਰਾਣ ਨਿਕਲ ਜਾਣਗੇ। ਇਸ ਪ੍ਰਕਾਰ ਸਤਿਗੁਰੂ ਜੀ ਨੇ ਉਦੋਂ ਫਿਰ ਪੰਜਵੇਂ ਦਿਨ ਇਸ਼ਨਾਨ ਦੀ ਇੱਛਾ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ ਸੀ। ਜਦੋਂ ਹਜੂਰ ਰਾਵੀ ਤੇ ਜਾ ਕੇ ਸੱਚੇ ਪਾਤਸ਼ਾਹ ਨੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਸਤਿਗੁਰਾਂ ਜੀ ਨੇ ਸ਼ਹਾਦਤ ਦਿੱਤੀ ਸੀ, ਇਉਂ ਇਹ ਜ਼ਿਕਰ ਕਰ ਰਿਹਾ ਹੈ। ਮਮ ਮਨ ਮੈਂ ਹੋਏ ਤਰਾਸ ਕਨੇਰਾ, ਮੇਰੇ ਮਨ ਦੇ ਅੰਦਰ ਮਹਾਰਾਜ ਭਾਰੀ ਤਰਾਸ ਡਰ ਹੁੰਦਾ ਏ। ਸੋਨ ਅਸ ਪਾਪ ਮੂੜ ਇਸ ਕੇਰਾ, ਇਹੋ ਜਿਹਾ ਪਾਪ ਇਸ ਮੂਰਖ ਨੇ ਕਰਨਾ ਕੀਤਾ, ਸੁਣ ਕੇ ਮੇਰਾ ਮਨ ਬਹੁ ਭੈ ਭੀਤ ਹੋਇਆ। ਤਬ ਚੰਦੂ ਬੋਲਿਓ ਮਮ ਚਾਰੀ, ਤੇ ਤਿਸ ਸਮੇਂ ਚੰਦੂ ਜਿਹੜਾ ਸੀ ਨਾ ਮਹਾਰਾਜ ਮੇਰੇ ਕੋਲ ਚੁਗਲੀ ਕਰਦਾ ਸੀਗਾ। ਕਿਨ ਕੀਨਸ ਤੁਮ ਨਿਕਟ ਉਚਾਰੀ, ਇਹ ਚੰਦੂ ਕਹਿੰਦਾ ਹੈ ਬਾਦਸ਼ਾਹ ਨੂੰ ਕਿ ਬਾਦਸ਼ਾਹ ਮੇਰੀ ਚੁਗਲੀ ਤੇਰੇ ਕੋਲ ਸ਼ਾਇਦ ਕਿਸੇ ਨੇ ਕਰਨਾ ਕੀਤੀ ਹੈ। ਕਹੇ ਆਪ ਕੇ ਮੈਂ ਲੈ ਗਇਓ, ਮੈਂ ਤਾਂ ਤੁਹਾਡੇ ਕਹੇ ਹੀ ਲੈ ਕਰਕੇ ਗਿਆ ਸੀ। ਜਹਾਂਗੀਰ ਨੂੰ ਹਜੂਰ ਦੇ ਸਾਹਮਣੇ ਜਹਾਂਗੀਰ ਕਹਿ ਰਿਹਾ ਹੈ ਕਿ ਮੈਨੂੰ ਪੂਰਾ ਪਤਾ ਨਹੀਂ ਸੀ, ਤੇ ਚੰਦੂ ਕਹਿੰਦਾ ਹੈ ਕਿ ਬਾਦਸ਼ਾਹ ਕਿਸੇ ਨੇ ਕੋਈ ਮੇਰੀ ਚੁਗਲੀ ਕੀਤੀ ਹੈ, ਮੈਂ ਤਾਂ ਤੁਸਾਂ ਕਿਹਾ ਸੀ ਤੇ ਮੈਂ ਲੈ ਕਰਕੇ ਗਿਆ ਸਾਂ। ਕਿਤਕ ਦਿਵਸ ਮੈਂ ਦੁਖ ਉਪਜਾਇਓ, ਤੇ ਕਿੰਨੇ ਕੁ ਦਿਨ ਕਹਿੰਦਾ ਹੈ ਕਿ ਮੈਂ ਜਿਹੜਾ ਉਹ ਸਜ਼ਾ ਦੇਣਾ ਕੀਤੀ। ਜਿਸ ਤੇ ਤਿਆਗਿਓ ਤੇ ਠਾਂ ਤਨ ਕੋ, ਜਿਸ ਦੁੱਖ ਨੂੰ ਨਾ ਸਹਾਰਦਿਆਂ ਹੋਇਆਂ ਉਸ ਥਾਂ ਤੇ ਇਹਨਾਂ ਨੇ ਸਰੀਰ ਤਿਆਗ ਦਿੱਤਾ। ਨਹਿ ਪੁਨ ਲਿਓ ਦੰਡ ਧਨ ਗਨ ਕੋ, ਤੇ ਨਾ ਮੈਂ ਜਿਹੜਾ ਦੰਡ ਵਾਲਾ ਟੈਕਸ ਰੂਪ ਵਿੱਚ ਜਿਹੜਾ ਧਨ ਸੀ ਅਗਰਾਉਣਾ ਸੀ ਉਹ ਲੈ ਨਹੀਂ ਸੀ ਸਕਿਆ। ਸੁਨਤ ਸ਼ਾਹ ਨੇ ਗਿਰਾ ਉਚਾਰੀ, ਸੁਣ ਕਰਕੇ ਜਹਾਂਗੀਰ ਕਹਿਣ ਲੱਗਾ ਰਾਖੇ ਚੋਰ ਕਰੀ ਤੈ ਚਾਰੀ, ਕਿ ਚੰਦੂ ਤੂੰ ਤਾਂ ਕਹਿੰਦਾ ਸੀ ਕਿ ਗੁਰੂ ਸਾਹਿਬ ਨੇ ਚੋਰ ਕੋਲ ਰੱਖੇ ਐ, ਇਹ ਚਾਰੀ ਚੁਗਲੀ ਤੂੰ ਹੀ ਕੀਤੀ ਸੀ ਨਾ। ਤੂੰ ਕਹਿੰਦਾ ਸੀ ਗੁਰੂ ਸਾਹਿਬ ਦੇ ਕੋਲ, ਕਿਉਂਕਿ ਜਹਾਂਗੀਰ ਦਾ ਕਾਫਲਾ ਜਦੋਂ ਆਇਆ ਸੀ ਨਾ ਪੰਜਾਬ, ਇਹਨੇ ਆਪਣੇ ਸਿਪਾਹੀਆਂ ਕੋਲੋਂ ਕਹਿ ਕੇ ਚੋਰੀ ਕਰਵਾਈ ਸੀ ਜਹਾਂਗੀਰ ਦੇ ਕਾਫਲੇ ਵਿੱਚ ਆਪ। ਤੇ ਜਦੋਂ ਜਹਾਂਗੀਰ ਨੂੰ ਦੱਸਿਆ ਕਿ ਚੋਰੀ ਹੋ ਗਈ ਤੇਰੇ ਕਾਫਲੇ ਦੇ ਅੰਦਰ, ਜਹਾਂਗੀਰ ਨੇ ਕਿਹਾ ਕਿ ਜੇ ਮੇਰੇ ਕਾਫਲੇ 'ਚ ਚੋਰੀ ਹੋ ਸਕਦੀ ਆ, ਆਮ ਰਿਆਇਆ ਦਾ ਕੀ ਹਾਲ ਹੋਵੇਗਾ। ਬਸ ਇਹਨੂੰ ਤਾਂ ਮੌਕਾ ਚਾਹੀਦਾ ਸੀ। ਕਹਿੰਦਾ ਬਾਦਸ਼ਾਹ ਸਲਾਮਤ, ਇਹ ਚੋਰੀ ਗੁਰੂ ਅਰਜਨ ਸਾਹਿਬ ਕਰਵਾਈ ਹੈ। ਉਹ ਰਾਤ ਨੂੰ ਸਿੱਖ ਚੋਰੀਆਂ ਕਰਦੇ ਆ, ਦਿਨੇ ਉੱਥੇ ਉਹਨਾਂ ਕੋਲ ਬੈਠੇ ਮਾਲਾ ਫੇਰਦੇ ਆ। ਜਹਾਂਗੀਰ ਕਹਿੰਦਾ ਇਹ ਤੂੰ ਹੀ ਕਹੇ ਸੀ ਨਾ ਬੋਲ ਸਤਿਗੁਰਾਂ ਦੀ ਬਾਬਤ। ਕਹਿ ਕੂਰੇ ਮਮ ਮਨ ਪਰਮਾਇਓ, ਝੂਠੇ ਬੋਲ ਕਹਿ ਕੇ ਮੇਰੇ ਮਨ ਨੂੰ ਤੂੰ ਭਰਮਾਇਆ ਸੀਗਾ। 300 ਅਧਿਕ ਬੈਰ ਉਪਜਾਇਓ, ਬਹੁਤਾ ਵੈਰ ਜਿਹੜਾ ਸੀ ਤੂੰ ਪੈਦਾ ਕਰਨਾ ਕੀਤਾ। ਅਰਫ ਕਾਮਲ ਸ਼ਕਤ ਵਿਸਾਲਾ, ਜਿਹੜੇ ਸ਼ਕਤੀ ਦੇ ਅੰਦਰ ਕਾਮਲ ਵੱਡੇ ਹਨ, ਵਿਸਾਲ ਹਨ, ਮਹਾਨ ਹਨ। ਸੋ ਕਿਮ ਐਸੀ ਕਰੇ ਕੁਚਾਲਾ, ਉਹ ਇਹੋ ਜੀ ਚੋਰੀਆਂ ਵਾਲੀ ਖੋਟੀ ਚਾਲ ਕਿਵੇਂ ਕਰ ਸਕਦੇ ਐ। ਜਹਾਂਗੀਰ ਨੂੰ ਹੁਣ ਤਾਂ ਸਮਝ ਪਈ ਐ, ਪਹਿਲੋਂ ਨਹੀਂ ਇਹ ਗੱਲ ਇਸਨੇ ਸੋਚੀ। ਕਹਿੰਦਾ ਇਹ ਚੋਰੀਆਂ ਕਰਨ ਵਾਲੀ ਜਿਹੜੀ ਗੱਲ ਤੂੰ ਕਹੀ ਉਹ ਕਿਵੇਂ ਕਰ ਸਕਦੇ ਸੀਗੇ। ਕੀ ਕੁਕਰਮ ਜਸ ਤਸ ਦੁਖ ਭਰ, ਕਿਉਂਕਿ ਜਿਹੋ ਜਿਹਾ ਤੂੰ ਕੁਕਰਮ ਕੀਤਾ ਨਾ, ਉਹੋ ਜਿਹਾ ਹੁਣ ਤੈਨੂੰ ਜਿਹੜਾ ਹੈ ਨਾ ਉਹ ਸਜ਼ਾ ਮਿਲੇਗੀ। ਉਹ ਤੈਨੂੰ ਸਜ਼ਾ ਜਿਹੜੀ ਉਹ ਪ੍ਰਾਪਤ ਹੋਵੇਗੀ। ਹਮੇ ਲਪਾਏ ਮਾਨ ਕਿਮ ਕਰ, ਤੂੰ ਸਾਨੂੰ ਵਿੱਚ ਕਿਉਂ ਲਬੇੜ ਰਿਹਾ, ਹੁਣ ਸਾਨੂੰ ਕਿਉਂ ਵਿੱਚ ਖਿੱਚਣਾ ਚਾਹੁੰਦਾ ਹੈ। ਇਹ ਦੋਵੇਂ ਸਤਿਗੁਰੂ ਜੀ ਦੇ ਸਾਹਮਣੇ ਹੁਣ ਇੱਕ ਦੂਸਰੇ ਆਪਣੀ ਸਫਾਈ ਦੇ ਰਹੇ ਆ। ਬਹੁਰ ਕੁਟਲ ਇਮ ਬਾਤ ਬਨਾਈ, ਬਹੁਰੋ ਫਿਰ ਤੂੰ ਐਵੇਂ ਕੁਟਲ ਖੋਟੀ ਗੱਲ ਜਿਹੜੀ ਸੀ ਬਣਾਉਣਾ ਕੀਤੀ। ਕਹਿਤ ਦੇਸ਼ ਮਹਿ ਨਰ ਸਮਦਾਈ, ਕਹਿੰਦਾ ਸੀ ਕਿ ਸਾਰੇ ਜਿਹੜੇ ਲੋਕ ਦੇਸ਼ ਦੇ ਅੰਦਰ, ਤਿਨ ਤੇ ਸੁਨ ਮੈਂ ਤੁਮੇ ਸੁਨਾਈ, ਕਿ ਤੂੰ ਕਹਿੰਦਾ ਸਾ ਲੋਕਾਂ ਦੇ ਕੋਲੋਂ ਸੁਣ ਕਰਕੇ ਬਾਦਸ਼ਾਹ
ਮੈਂ ਤੈਨੂੰ ਕਹਿਣਾ ਕੀਤੀ ਹੈ। ले आयस को लिए बुलाई ਤੇ ਲੈ ਕਰਕੇ ਤੂੰ ਆਗਿਆ ਤੇ ਗੁਰੂ ਸਾਹਿਬ ਨੂੰ ਬੁਲਾਉਣਾ ਕੀਤਾ। सुनत शाहो कोप्यो कहबानी ਤੇ ਸੁਣ ਕਰਕੇ ਜਿਸ ਸਮੇਂ ਬਾਦਸ਼ਾਹ ਜਹਾਂਗੀਰ ਬੜਾ ਗੁੱਸੇ ਵਿੱਚ ਆਇਆ। रे मत मंद ना सके पछानी ਇਹ ਮੰਦੀ ਮਤ ਵਾਲਿਆ ਤੂੰ ਜਿਹੜਾ ਸੀ ਪਛਾਣ ਨਹੀਂ ਸਕਿਆ, ਮੈਨੂੰ ਵੀ ਪਤਾ ਨਾ ਲੱਗਿਆ। सर्व जगत दर्शन को जावे ਸਾਰੇ ਜਗਤ ਦੇ ਲੋਕ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਆ, तरे उपाय शीस निवावे ਜਿਨ੍ਹਾਂ ਦੇ ਅੱਗੇ ਭੇਟਾ ਰੱਖਦੇ ਆ ਤੇ ਸੀਸ ਨਵਾਉਂਦੇ ਹਨ। रूप असंभव दोष विसाला ਤੇ ਇਸ ਪ੍ਰਕਾਰ ਤੂੰ ਉਹਨਾਂ ਦੇ ਉੱਤੇ ਇਹੋ ਜਿਹਾ ਦੋਸ਼ ਲਾਇਆ ਜਿਹੜਾ ਅਸੰਭਵ ਹੈ, ਹੋ ਨਹੀਂ ਸਕਦਾ ਹੈ। सतगुर के संग कीन कुचाला ਤੂੰ ਸਤਿਗੁਰਾਂ ਜੀ ਦੇ ਨਾਲ ਇੱਕ ਖੋਟੀ ਚਾਲ ਚੱਲਣਾ ਕੀਤੀ ਹੈ। अब लो छल की रच चतुराई ਤੇ ਅਜੇ ਤੱਕ ਵੀ ਤੂੰ ਛਲ ਦੇ ਨਾਲ ਚਤੁਰਾਈਆਂ ਹੀ ਰਚ ਰਿਹਾ ਏ। डरत नहीं दुवै लोक सजाई ਦੋਹਾਂ ਲੋਕਾਂ ਦੀ ਸਜ਼ਾ ਤੋਂ ਡਰਦਾ ਨਹੀਂ। ਜਿਹਦੇ ਅੰਦਰ ਪਾਪ ਹੁੰਦਾ ਉਹਨੂੰ ਪਰਲੋਕ ਦਾ ਤੇ ਬਿਲਕੁਲ ਹੀ ਭੈ ਨਹੀਂ ਹੁੰਦਾ। ਪਰਲੋਕ ਤੋਂ ਨਹੀਂ ਉਹ ਮਨ ਦੇ ਅੰਦਰ ਡਰ ਕਰਦਾ। ਤੇ ਇੱਕ ਝੂਠ ਨੂੰ ਲੁਕਾਉਣ ਵਾਸਤੇ ਕਿੰਨੇ ਝੂਠ ਤੇ ਝੂਠ ਬੋਲਣੇ ਪੈਂਦੇ ਆ। ਚੰਦੂ ਬਾਰ-ਬਾਰ ਜਿਹੜਾ ਹੈ ਉਹ ਜਹਾਂਗੀਰ ਨੂੰ ਵੀ ਨਾਲ ਦੱਸ ਰਿਹਾ ਕਿ ਬਾਦਸ਼ਾਹ ਤੁਹਾਡੀ ਆਗਿਆ 'ਚ ਹੋਇਆ ਸੀ, ਤੁਹਾਡੇ ਕਹਿਣ ਨਾਲ ਹੋਇਆ ਸੀ, ਤੁਸੀਂ ਕਿਹਾ ਸੀ, ਮੈਂ ਦੱਸਿਆ ਸੀ ਗ੍ਰਿਫਤਾਰ ਕਰਨ ਲੱਗਿਆ। ਇਸ ਤਰ੍ਹਾਂ ਚੰਦੂ ਨੇ ਬਾਰ-ਬਾਰ ਜਦੋਂ ਕਿਹਾ ਏ, मम प्राणन के गुरु रखवारे ਕਹਿਣ ਲੱਗਾ ਕਿ ਜਹਾਂਗੀਰ ਕਹਿੰਦਾ ਮੇਰੇ ਪ੍ਰਾਣਾਂ ਦੇ ਰਖਵਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹੋਏ ਐ। ਜਦੋਂ ਛਾਤੀ ਤੇ ਚੜ੍ਹਦੇ ਸੀ ਸ਼ੇਰ ਭਾਈ ਜੇਠਾ ਤੇ ਭਾਈ ਲੰਗਾ, ਗੁਰੂ ਸਾਹਿਬ ਨੂੰ ਚੇਤੇ ਕਰਕੇ ਬਚਿਆ ਸੀਗਾ। परत बिगन गन सगल निवारे ਮੇਰੇ ਜਿਹੜੇ ਜਾਨ ਨੂੰ ਖਤਰਾ ਸੀਗਾ ਉਹ ਸਾਰੇ ਵਿਘਨ ਇਹਨਾਂ ਨੇ ਦੂਰ ਕੀਤੇ ਐ। तिनके साथ बैर तैं बांधा ਤੇ ਉਹਨਾਂ ਸਤਿਗੁਰਾਂ ਦੇ ਨਾਲ ਤੂੰ ਵੈਰ ਬੰਨਣਾ ਕੀਤਾ ਏ। प्राण हान लो दीन सबाधा ਪੁਰਾਣਾਂ ਦੇ ਨਾਸ਼ ਹੋਣ ਤੱਕ ਤੂੰ ਸਜ਼ਾ ਦਿੱਤੀ ਐ। एम कह सतगुर सो पुन कहयो ਇਉਂ ਕਹਿ ਕੇ ਚੰਦੂ ਨੂੰ ਤੇ ਫਿਰ ਸਤਿਗੁਰੂ ਜੀ ਨੂੰ ਕਹਿੰਦਾ ਏ ਜਹਾਂਗੀਰ, ਇਹੋ अपराधी निर्णय लहयो ਮਹਾਰਾਜ ਇਹ ਅਪਰਾਧੀ ਹੈ, ਇਸ ਗੱਲ ਦਾ ਨਿਰਣਾ ਹੋ ਚੁੱਕਾ ਏ। करहो संभारन बदला लीजै ਮਹਾਰਾਜ ਇਹਨੂੰ ਸੰਭਾਲ ਲਓ। ਜੋ ਇਹਨੇ ਗਲਤੀ ਕੀਤੀ ਹੈ ਮਹਾਰਾਜ ਉਹਦਾ ਨਿਆਂ ਆਪ ਕਰਨਾ ਕਰੋ। करियो कुकर्म तथा फल दीजै ਜਿਹੋ ਜਿਹਾ ਇਹਨੇ ਕੁਕਰਮ ਕੀਤਾ ਹੈ ਉਹੋ ਜਿਹਾ ਇਸ ਨੂੰ ਫਲ ਦੇਣਾ ਕਰੋ। ਮਿਹਰਬਾਨਗੀ ਮੋਹ ਪਰ ਧਰੀ ਮੇਰੇ ਉੱਤੇ ਮਹਾਰਾਜ ਆਪਣੀ ਮਿਹਰਬਾਨਗੀ ਕਰਨਾ ਕਰੋ। ਪੁਨਹਿ ਪ੍ਰਲੋਕ ਨਾ ਬੂਝਨ ਕਰੀਏ ਮਹਾਰਾਜ ਪ੍ਰਲੋਕ ਵਿੱਚ ਵੀ ਮੈਨੂੰ ਕੋਈ ਪੁੱਛ ਨਾ ਕਰਨਾ ਕਰਿਓ। ਸੁਣ ਸ੍ਰੀ ਹਰਗੋਬਿੰਦ ਵਿਚਾਰੇ ਸੁਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਤੇ ਸਮੇਂ ਵਿਚਾਰਿਆ। ਵਿਦਿਆ ਜੇਠਾ ਨਿਕਟ ਹਕਾਰੇ ਮਹਾਰਾਜ ਜੀ ਨੇ ਸਿੱਖ ਪਰਾਂ ਖਲੋਤੇ ਸੀਗੇ ਜਦੋਂ ਹਜੂਰ ਵਾਰਤਾਲਾਪ ਕਰ ਰਹੇ ਐ। ਬਾਬਾ ਬਿਧੀ ਚੰਦ ਜੀ ਨੂੰ ਭਾਈ ਜੇਠੇ ਨੂੰ ਮਹਾਰਾਜ ਕੋਲ ਬੁਲਾਇਆ ਏ। ਕਹਿਓ ਗਹੋ ਅਬ ਦ੍ਰਿੜ ਕਰ ਦਰੋਹੀ ਮਹਾਰਾਜ ਕਹਿੰਦੇ ਵੈਰੀ ਹੈ ਗੁਰੂ ਘਰ ਦਾ, ਪਕੜ ਲਓ ਇਸ ਨੂੰ ਚੰਗੀ ਤਰ੍ਹਾਂ ਆਪਣੋ ਬੈਰ ਲਿਹੋ ਇਸ ਧਰੋਹੀ ਤੇ ਇਸ ਧਰੋਹੀ ਕੋਲੋਂ ਜਿਹਨੇ ਧੋਖੇ ਨਾਲ ਛਲ ਨਾਲ ਗੁਰੂ ਪਿਤਾ ਨੂੰ ਸ਼ਹੀਦ ਕੀਤਾ ਹੈ, ਇਹਦੇ ਕੋਲੋਂ ਆਪਣਾ ਵੈਰ ਜਿਹੜਾ ਉਹ ਲੈਣਾ ਕਰੋ। ਸੁਣਤ ਸ਼ੀਗਰ ਹੀ ਗਹਿ ਦੁਐ ਬਾਹੂ ਤੇ ਸੁਣ ਕਰਕੇ ਬੜੀ ਸ਼ੀਘਰ ਹੀ ਬੜੀ ਕਾਹਲੀ ਨਾਲ ਹੀ, ਕਿਉਂਕਿ ਸਿੱਖ ਤਾਂ ਮਨਾਂ ਵਿੱਚ ਇਹੀ ਸੋਚ ਰਹੇ ਸੀ ਨਾ ਕਦੋਂ ਦੇ। ਬਾਬਾ ਬਿਧੀ ਚੰਦ ਜੀ ਨੇ ਇਹਦੀਆਂ ਬਾਹਾਂ ਜਿਹੜੀਆਂ ਸੀ ਨਾ ਪਕੜ ਲੈਣਾ ਕੀਤੀਆਂ ਵਹਿਰ ਦੁਰਗ ਤੇ ਆਨਿਓ ਤਾਹੂ ਤੇ ਕਿਲੇ ਤੋਂ ਬਾਹਰ ਉਸ ਨੂੰ ਲੈ ਆਉਣਾ ਕੀਤਾ ਖਰੋ ਕਰਿਓ ਸਿਰ ਪਾਗ ਉਤਾਰੀ ਤੇ ਖੜਾ ਕੀਤਾ। ਜਦੋਂ ਉਸ ਨੂੰ ਇਹਦੇ ਸਿਰ ਤੋਂ ਮਾਰ ਕੇ ਚਪੇੜ ਗਿੱਚੀ ਵਿੱਚ ਤੇ ਪੱਗ ਜਿਹੜੀ ਸੀ ਇਸ ਦੀ ਲਾਹ ਦਿੱਤੀ। ਗਾਡੀ ਮੁਸਕਾਂ ਦੇ ਤਿਸ ਬਾਰੀ ਚੰਗੀ ਤਰ੍ਹਾਂ ਜਿਹੜੀਆਂ ਮੁਸ਼ਕਾਂ ਸੀ ਨਾ ਭਾਵ ਪਿੱਛੇ ਨੂੰ ਇਹਦੀ ਹੀ ਪੱਗ ਨਾਲ ਬਾਹਾਂ ਜਿਹੜੀਆਂ ਸੀ ਬੰਨ ਦਿੱਤੀਆਂ। ਕੂਰ ਕੁਪੱਤਾ ਸ਼ਦਰਸ਼ ਕੁੱਤਾ ਤੇ ਇਉਂ ਜਦੋਂ ਮਹਾਰਾਜ ਸਾਹਿਬ ਜੀ ਨੂੰ ਇਹ ਕਹਿੰਦਾ ਸੀ ਨਾ ਕਿ ਤੁਸੀਂ ਮੈਨੂੰ ਕੂਕਰ ਕਿਹਾ, ਹਜੂਰ ਨੇ ਕਿਹਾ ਨਹੀਂ ਅਸੀਂ ਕੂਕਰ ਨਹੀਂ ਕਿਹਾ। ਤੇ ਬਾਰ-ਬਾਰ ਕਹਿੰਦਾ ਸਤਿਗੁਰੂ ਜੀ ਕਹਿੰਦੇ ਅੱਛਾ ਚੰਦੂ, ਜੇ ਕਿਸੇ ਸਾਡੇ ਸਿੱਖ ਕਿਹਾ ਨਾ ਅਸੀਂ ਤਾਂ ਕਿਹਾ ਨਹੀਂ, ਪਰ ਸਾਡੇ ਸਿੱਖ ਤੇ ਅਸੀਂ ਇੱਕ ਰੂਪ ਹੀ ਹਾਂ, ਜਾਂ ਅਸੀਂ ਕਿਹਾ ਤੂੰ ਜੋ ਕਰਨਾ ਕਰ ਲੈ। ਇਹ ਮਹਾਰਾਜ ਜੀ ਨੇ ਵਾਕ ਕਹੇ ਸੀ
ਤੇ ਉਸੇ ਤਰ੍ਹਾਂ ਦਾ ਕੁੱਤਿਆਂ ਵਰਗਾ ਇਸ ਦੇ ਨਾਲ ਹੁਣ ਵਿਵਹਾਰ ਹੋਣ ਲੱਗਾ ਹੈ। ਇਹ ਜਿਵੇਂ ਸਤਿਗੁਰਾਂ ਜੀ ਦੇ ਨਾਲ ਇਸ ਨੇ ਖੋਟੇ ਬੋਲ ਬੋਲੇ ਸੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕੀਤੀ ਹੋਈ ਅਵੱਗਿਆ ਦਾ ਫਲ ਚਖਾਉਣ ਲੱਗੇ ਹੈ। ਜੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸਾਹਮਣੇ ਰੁੱਖੇ ਬੋਲ ਬੋਲਦਾ ਸੀਗਾ, ਕਾਢ ਚਰਨ ਤੇ ਮਾਰਿਓ ਜੁੱਤਾ, ਉਸੇ ਸਮੇਂ ਆਪਣੇ ਸਿਰ ਤੋਂ ਜੁੱਤੀ ਲਾ ਕੇ ਨਾ ਦਿੱਲੀ ਦਾ ਆਵਾਮ ਵੇਖ ਰਿਹਾ ਸੀ। ਇਹ ਜਦੋਂ ਤੁਰਦਾ ਸੀ ਨਾ ਤੇ ਇਹਦੇ ਨੇੜੇ ਨਹੀਂ ਸੀ ਕੋਈ ਆ ਸਕਦਾ, ਬੜੇ ਬੜੇ ਅੰਗ ਰੱਖਿਅਕ ਹੁੰਦੇ ਸੀ। ਅੱਜ ਵੇਖ ਲਓ ਰਾਸ਼ਟਰਪਤੀ ਨੇ ਕਿਤੇ ਆਉਣਾ ਹੋਵੇ ਤੇ ਕਿਵੇਂ ਉਹਦੇ ਆਉਣ ਤੋਂ ਪਹਿਲਾਂ ਜਿਹੜੀਆਂ ਉਹ ਤਿਆਰੀਆਂ ਹੁੰਦੀਆਂ, ਫਿਰ ਕਿੰਨੀ ਉਹਦੀ ਸਿਕਿਉਰਿਟੀ ਹੁੰਦੀ ਹੈ। ਤੇ ਇਹ ਇਤਿਹਾਸ ਦੇ ਕਈ ਬੋਲ ਨੇ ਕਿ ਅੱਜ ਦੇ ਜਿਹੜੇ ਰਾਸ਼ਟਰਪਤੀ ਹੈ ਨਾ, ਉਹਨਾਂ ਨਾਲੋਂ 10 ਗੁਣਾ ਵੱਧ ਤਾਕਤ ਰੱਖਦਾ ਸੀ ਇਹ ਚੰਦੂ, ਕਿਉਂਕਿ ਆਪਣੀ ਕੌਮ ਦੀ ਆਪ ਨਸਲਕੁਸ਼ੀ ਕਰ ਰਿਹਾ ਸੀ। ਤੇ ਉਹਨਾਂ ਨੂੰ ਤਾਂ ਚਾਹੀਦਾ ਹੁੰਦਾ ਇੱਕ ਬੰਦਾ ਜਿਹਨੂੰ ਅਹੁਦਾ ਦੇ ਕੇ ਤੇ ਆਪਣੇ ਸਿਰ ਤੇ ਦੋਸ਼ ਨਾ ਲੱਗੇ ਤੇ ਆਪਣੀ ਕੌਮ ਦੀ ਆਪ ਹੀ ਨਸਲਕੁਸ਼ੀ ਕਰੀ ਜਾਵੇ। ਮਹਾਂਪੁਰਖਾਂ ਨੂੰ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਪੁੱਛਿਆ ਸੀ ਪੱਤਰਕਾਰ ਨੇ ਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਗੁਲਾਮ ਹੋ, ਤੁਸੀਂ ਗੁਲਾਮ ਕਿਵੇਂ ਹੈ? ਤੁਹਾਡਾ ਜਿਹੜਾ ਹੈ ਹੋਮ ਮਿਨਿਸਟਰ ਉਹ ਸਿੱਖ ਹੈ, ਫੌਜ ਦਾ ਚੀਫ ਸਿੱਖ ਹੈ, ਫਿਰ ਉਹਨੇ ਹੋਰ ਅਹੁਦੇ ਗਿਣੇ, ਮੁੱਖ ਮੰਤਰੀ ਕਹਿੰਦਾ ਸਿੱਖ ਹੈ ਦਰਬਾਰਾ ਸਿਓ, ਕਿ ਤੁਸੀਂ ਕਿਵੇਂ ਕਹਿ ਸਕਦੇ ਆ ਕਿ ਸਿੱਖ ਕੌਮ ਨਾਲ ਧੱਕਾ ਹੋ ਰਿਹਾ? ਜਦੋਂ ਮਹਾਂਪੁਰਖਾਂ ਨੂੰ ਇਉਂ ਉਸ ਪੱਤਰਕਾਰ ਨੇ ਕਿਹਾ, ਮਹਾਂਪੁਰਖ ਕਹਿਣ ਲੱਗੇ ਭਾਈ ਤੂੰ ਇਤਿਹਾਸ ਥੋੜ੍ਹਾ ਬਹੁਤਾ ਪੜ੍ਹਿਆ ਜਾਂ ਨਹੀਂ? ਕਹਿੰਦਾ ਜੀ ਬੀਬੀ ਜੀ ਬੱਚੇ ਨੂੰ ਬਾਹਰ ਲੈ ਜਾਓ, ਕਥਾ 'ਚ ਨਾ ਇੱਦਾਂ ਰੌਲਾ ਪਵੇ। ਤੂੰ ਇਤਿਹਾਸ ਮਹਾਂਪੁਰਖ ਕਹਿੰਦੇ ਪੜ੍ਹਿਆ ਜਾਂ ਨਹੀਂ? ਕਹਿੰਦੇ ਇੰਨਾ ਤਾਂ ਪੜ੍ਹਿਆ ਨਹੀਂ, ਤੁਸੀਂ ਦੱਸ ਦਿਓ। ਮਹਾਂਪੁਰਖ ਕਹਿੰਦੇ ਤੈਨੂੰ ਪਤਾ ਹੈ ਚੰਦੂ ਕੌਣ ਸੀ? ਕਹਿੰਦਾ ਜੀ ਨਹੀਂ ਪਤਾ ਨਹੀਂ। ਮਹਾਂਪੁਰਖ ਕਹਿੰਦੇ ਉਹ ਦੀਵਾਨ ਸੀ। ਇੰਨਾ ਪਤਾ ਕਿਹਦਾ ਦੀਵਾਨ ਸੀ? ਕਹਿੰਦਾ ਨਹੀਂ ਜੀ। ਮਹਾਂਪੁਰਖ ਕਹਿੰਦੇ ਜਹਾਂਗੀਰ ਦਾ ਦੀਵਾਨ ਸੀ। ਰਾਜ ਉਦੋਂ ਕਿਹਦਾ ਸੀ? ਮੁਸਲਮਾਨਾਂ ਦਾ। ਤੇ ਚੰਦੂ ਕੌਣ ਸੀ? ਹਿੰਦੂ। ਤੇ ਉਹਨਾਂ ਦੇ ਰਾਜ ਵਿੱਚ ਕਾਨੂੰਨ ਕੀ ਸੀ? ਹਿੰਦੂ ਸਿਰ ਤੇ ਪੱਗ ਨਹੀਂ ਬੰਨ੍ਹ ਸਕਦਾ। ਹਿੰਦੂ ਆਪਣੇ ਧਰਮ ਮੁਤਾਬਕ ਆਪਣੀ ਲੜਕੀ ਦਾ, ਆਪਣੇ ਪੁੱਤਰ ਦਾ ਵਿਵਾਹ ਨਹੀਂ ਕਰ ਸਕਦਾ। ਹਿੰਦੂ ਆਪਣੇ ਧਰਮ ਦੇ ਮੁਤਾਬਕ ਤੀਹਾਂ ਦਾ ਅੰਤਮ ਸੰਸਕਾਰ ਨਹੀਂ ਕਰ ਸਕਦਾ। ਦਫਨਾ ਕਰਕੇ ਜਿਹੜੇ ਉਹਨਾਂ ਨੂੰ ਚੋਰੀ ਉਹ ਪੁੱਟ ਕੇ ਫਿਰ ਸੰਸਕਾਰ ਕਰਦੇ ਸੀ, ਪਤਾ ਲੱਗ ਜਾਂਦਾ ਸੀ ਤੇ ਸਜ਼ਾਏ ਮੌਤ ਸੀਗੀ। ਘੋੜੇ ਤੇ ਨਹੀਂ ਸੀ ਚੜ੍ਹ ਸਕਦਾ, ਧਾਨ ਦੇ ਬਰਤਨ 'ਚ ਨਹੀਂ ਸੀ ਖਾ ਸਕਦਾ। ਇਹੋ ਜਿਹੀਆਂ ਸਖਤ ਜਿਹੜੀਆਂ ਸਨ ਹਦਾਇਤਾਂ, ਸਖਤ ਕਾਨੂੰਨ ਕਿਹਦੇ ਰਾਜ ਵਿੱਚ ਬਣੇ ਹੋਏ ਸੀ? ਇਸ ਜਿਹੜੇ ਮੁਸਲਮਾਨ ਸੀਗੇ ਉਹਨਾਂ ਦੇ ਰਾਜ ਵਿੱਚ ਇਹੋ ਜਿਹੇ ਸਖਤ ਕਾਨੂੰਨ ਸੀ। ਤੇ ਚੰਦੂ ਨੂੰ ਕਿਹੜਾ ਅਹੁਦਾ ਦਿੱਤਾ ਸੀ? ਜਹਾਂਗੀਰ ਨੇ ਦੀਵਾਨ ਦਾ ਅਹੁਦਾ ਦਿੱਤਾ ਸੀ, ਜਿਹਦੇ ਕੋਲ ਤਕਰੀਬਨ ਉਹਦੇ ਰਾਜ ਦੀ ਸ਼ਕਤੀ ਵਰਤਦੀ ਸੀ ਸਾਰੀ, ਪਰ ਹੱਥ ਤਾਂ ਉਹਦੇ ਆਪਣੇ ਸੀ। ਤੇ ਚੰਦੂ ਦੇ ਕੋਲੋਂ ਆਪਣੀ ਕੌਮ ਦੀ ਨਸਲਕੁਸ਼ੀ ਕਰਵਾ ਰਿਹਾ ਸੀ। ਮਹਾਂਪੁਰਖ ਕਹਿੰਦੇ ਆ ਇੱਕ ਨੂੰ ਕੌਮ ਵਿੱਚ ਅਹੁਦਾ ਦੇ ਕੇ ਤੇ ਬਾਕੀ ਕੌਮ ਦੀ ਸੰਘੀ ਕੁੱਟੀ ਜਾਓ। ਇਹ ਕਿਵੇਂ ਕਹਿ ਸਕਦੇ ਆ ਕਿ ਭਈ ਕੌਮ ਨਾਲ ਧੱਕਾ ਨਹੀਂ ਹੋ ਰਿਹਾ? ਇੱਕ ਉਹ ਖੁਸ਼ਾਮਦੀ ਲੱਭ ਕੇ ਜਿਹੜਾ ਕੋਈ ਚਪਲੀ ਚੱਟਣ ਵਾਲਾ ਹੋਵੇ, ਮਹਾਂਪੁਰਖਾਂ ਦੇ ਬੋਲ ਹੁੰਦੇ ਸੀ ਐਸੇ ਕਿ ਉਹਨੂੰ ਅਹੁਦਾ ਦੇ ਦਿਓ ਤੇ ਬਾਕੀ ਸਾਰੀ ਕੌਮ ਨਾਲ ਧੱਕਾ ਕਰੀ ਜਾਓ, ਉਹਨਾਂ ਦੀ ਸੰਘੀ ਕੁੱਟੀ ਜਾਓ। ਇਹ ਨਿਆਂ ਹੈ? ਇਹ ਚੰਦੂ, ਇਹਦੀ ਇੰਨੀ ਤਾਕਤ ਸੀ, ਜਦੋਂ ਇਹ ਚੱਲਿਆ ਕਰਦਾ ਸੀ ਤੇ ਇਹਦੇ ਪਿੱਛੇ ਲੋਕਾਂ ਦਾ ਹਜੂਮ ਹੁੰਦਾ ਸੀ ਬਹੁਤ ਸਾਰਾ, ਤੇ ਇਹਦੇ ਨੇੜੇ ਕੋਈ ਪਹੁੰਚ ਨਹੀਂ ਸੀ ਸਕਦਾ, ਇੰਨੇ ਇਹਦੇ ਅੰਗ ਰੱਖਿਅਕ ਹੁੰਦੇ ਸੀ। ਦਿੱਲੀ ਦੀ ਸੰਗਤ ਨੇ ਇਹਦਾ ਰੋਬ ਦਾਬ ਵੇਖਿਆ ਹੋਇਆ ਸੀ। ਜਦੋਂ ਇਸ ਕਿਹਾ ਸੀ ਕਿ ਤੁਸੀਂ ਚੁਬਾਰੇ ਦੀ ਇਹ ਟਮੋਰੀ ਨੂੰ ਲਾਤੀ ਹੈ, ਦਿੱਲੀ ਦੇ ਸਿੱਖਾਂ ਦੇ ਦਿਲ ਦੁਖੇ ਸੀ। ਗੁਰੂ ਸਾਹਿਬ ਨੂੰ ਪੱਤਰ ਲਿਖਿਆ ਸੀ ਤੇ ਸਿੱਖਾਂ ਨੇ ਜਦੋਂ ਵੇਖਿਆ ਕਿ ਇਹਦੀਆਂ ਮੁਸ਼ਕਾਂ ਬੰਨੀਆਂ ਹੋਈਆਂ, ਕਈਆਂ ਨੂੰ ਯਕੀਨ ਨਹੀਂ ਸੀ ਹੋ ਰਿਹਾ। ਅੱਗੇ ਹੋ ਕੇ ਵੇਖਦੇ ਸੀ
ਤੇ ਬਿਧੀ ਚੰਦ ਜੀ ਨੇ ਸਿਰ ਵਿੱਚ ਜੁੱਤੀਆਂ ਮਾਰੀਆਂ ਜਦੋਂ ਸਾਰਿਆਂ ਦੇ ਵੇਖਦਿਆਂ ਮਾਰਨਾ ਕੀਤੀਆਂ। ਜੇ ਉਮਰਾਵ ਸਹਾਇਕ ਹੋਤੇ ਜਿਹੜੇ ਵਜ਼ੀਰੇ ਦੇ ਸਹਾਇਕ ਹੁੰਦੇ ਸੀਗੇ ਚੱਲਿਓ ਨਾ ਬਸ ਚਿੰਤਾ ਚਿਤ ਜੁਤੇ ਉਹਨਾਂ ਦਾ ਕੋਈ ਵਸ ਨਹੀਂ ਚੱਲਿਆ, ਸਾਰੇ ਚਿੰਤਾ ਦੇ ਸਹਿਤ ਹੋ ਗਏ। ਕਹਿ ਕਿਤਕ ਇਹੋ ਸ਼ਾਹੋ ਦੀਵਾਨ ਕਿੰਨੇ ਕੁ ਕਹਿੰਦੇ ਆ ਇਹ ਬਾਦਸ਼ਾਹ ਦਾ ਦੀਵਾਨ ਹੀ ਹੈ, ਵੇਖ ਕੇ ਹੈਰਾਨ ਹੁੰਦੇ ਆ। ਕਿਮ ਜਾਟਨ ਗਹਿ ਲੀਨੋ ਪਾਨ ਕਹਿਣ ਲੱਗੇ ਜੱਟ ਸਿੱਖਾਂ ਨੇ ਕਿਵੇਂ ਹੱਥਾਂ 'ਚ ਪਕੜ ਲਿਆ ਏ, ਭਈ ਸ਼ਾਹੋ ਕੀ ਖਫਗੀ ਕੈਸੇ ਤੇ ਇਹਦੀ ਬਾਦਸ਼ਾਹ ਦੀ ਨਾਰਾਜ਼ਗੀ ਕਿਵੇਂ ਹੋ ਗਈ ਇਹਦੇ ਉੱਤੇ। ਇਹ ਤਾਂ ਬੜਾ ਉਹਦਾ ਵਿਸ਼ਵਾਸ ਪਾਤਰ ਸੀਗਾ। ਜਿਸ ਤੇ ਕਰੀ ਦਸ਼ਾ ਇਸ ਐਸੇ ਇਹੋ ਜੀ ਜਿਸ ਤਰ੍ਹਾਂ ਇਹਦੀ ਦਸ਼ਾ ਹੋ ਗਈ, ਹਾਲਤ ਹੋ ਗਈ, ਉਹ ਆਛੋ ਮਾਨੈ ਕੋ ਬੁਰੋ ਕੋਈ ਚੰਗਾ ਮੰਨ ਰਿਹਾ ਤੇ ਕੋਈ ਬੁਰਾ ਮੰਨ ਰਿਹਾ। ਵੇਖੋ ਜਿਹਨੂੰ ਨਹੀਂ ਪਤਾ ਉਹ ਕਹਿੰਦਾ ਨਹੀਂ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਲੋਕ ਰਾਏ ਵਿੱਚ ਸਚਾਈ ਨਹੀਂ ਹੁੰਦੀ, ਲੋਕ ਰਾਏ ਨਾਲ ਨਿਆਂ ਨਹੀਂ ਹੁੰਦਾ, ਕਿਉਂਕਿ ਜੇ ਕਿਸੇ ਨੂੰ ਪਤਾ ਹੀ ਨਹੀਂ ਚੰਦੂ ਨੇ ਕੀਤਾ ਕੀ ਹੈ, ਵੇਖਣ ਵਾਲੇ ਕਹਿ ਰਹੇ ਆ ਵੇਖੋ ਬਾਦਸ਼ਾਹ ਦਾ ਦੀਵਾਨ ਹੈ, ਇਸ ਤਰ੍ਹਾਂ ਇਹਦੀ ਪੱਗ ਨਹੀਂ ਲਾਉਣੀ ਚਾਹੀਦੀ, ਇਸ ਤਰ੍ਹਾਂ ਇਹਨੂੰ ਜੁੱਤੀਆਂ ਨਹੀਂ ਮਾਰਨੀਆਂ ਚਾਹੀਦੀਆਂ। ਦਿੱਲੀ ਦੇ ਸਿੱਖ ਕਹਿੰਦੇ ਆ ਇਹਨੂੰ ਤਾਂ ਆਰੇ ਨਾਲ ਚੀਰ ਦੇਣਾ ਚਾਹੀਦਾ, ਦਿੱਲੀ ਦੇ ਸਿੱਖ ਤਾਂ ਕਹਿੰਦੇ ਆ ਇਹਦਾ ਸਿਰ ਲਾ ਦੇਣਾ ਚਾਹੀਦਾ, ਕਿਉਂਕਿ ਸਿੱਖਾਂ ਨੂੰ ਪਤਾ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਕਿਵੇਂ ਸ਼ਹੀਦ ਕੀਤਾ ਸੀਗਾ। ਇਉਂ ਕਈ ਕੁਝ ਕਹਿੰਦੇ ਆ, ਕਈ ਕੁਝ ਕਹਿੰਦੇ ਹਨ। ਨਰ ਸਮੁਦਾਇ ਆਨ ਕਰ ਜੁਰੋ ਬਹੁਤ ਲੋਕ ਇਕੱਠੇ ਹੋ ਗਏ ਆ ਕਰਕੇ। ਸ਼ਾਹੋ ਸੰਗ ਸਤ ਗੁਰੂ ਬਖਾਨਾ ਸਾਹੋ ਜਿਹੜਾ ਸੀਗਾ ਜਹਾਂਗੀਰ ਬਾਦਸ਼ਾਹ, ਉਹਦੇ ਨਾਲ ਸਤਿਗੁਰਾਂ ਜੀ ਨੇ ਬਚਨ ਕਿਹਾ। ਅਬ ਹਮ ਡੇਰੇ ਕਰਹਿ ਪਿਆਨਾ ਮਹਾਰਾਜ ਕਹਿੰਦੇ ਹੁਣ ਅਸੀਂ ਡੇਰੇ ਨੂੰ ਚੱਲੇ ਹਾਂ। ਜੋ ਅਪਰਾਧੀ ਵੱਡੋ ਹਮਾਰਾ ਜਿਹੜਾ ਸਾਡਾ ਵੱਡਾ ਅਪਰਾਧੀ ਹੈ, ਦੇ ਕਰ ਆਪਣੋ ਦੋਸ਼ ਉਤਾਰਾ ਮਹਾਰਾਜ ਕਹਿੰਦੇ ਤੂੰ ਉਹ ਸਾਡੇ ਹਵਾਲੇ ਕਰ ਦਿੱਤਾ ਹੈ। ਇੱਥੇ ਤਾਂ ਜਹਾਂਗੀਰ ਤੂੰ ਆਪਣਾ ਦੋਸ਼ ਜਿਹੜਾ ਉਹ ਉਤਾਰ ਲਿਆ ਆਪਣੇ ਸਿਰ ਤੋਂ। ਜਹਾਂਗੀਰ ਕਹੈ ਜਿਮ ਮਨ ਭਾਵੈ ਜਹਾਂਗੀਰ ਕਹਿੰਦਾ ਮਹਾਰਾਜ ਜਿਵੇਂ ਤੁਹਾਨੂੰ ਮਨ ਵਿੱਚ ਚੰਗਾ ਲੱਗਦਾ ਏ ਕਰੋ ਆਪ ਹਮ ਤਿਮ ਸੁਖ ਪਾਵੈ। ਮਹਾਰਾਜ ਤੁਸੀਂ ਤਿਵੇਂ ਹੀ ਕਰੋ, ਅਸੀਂ ਤੁਹਾਡੇ ਹੁਕਮ ਵਿੱਚ ਉਵੇਂ ਹੀ ਸੁਖ ਪਾਵਾਂਗੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਸ ਚੰਦੂ ਨੂੰ ਪਕੜ ਲਿਆ ਤੇ ਇਸ ਭਾਰਤ ਦੇਸ਼ ਦੇ ਲੋਕਾਂ ਨੇ ਵੇਖ ਲਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕਹੇ ਹੋਏ ਬੋਲਾਂ ਨੂੰ, ਜਦੋਂ ਮਹਾਰਾਜ ਨੇ 11 ਸਾਲ ਦੀ ਆਯੂ ਵਿੱਚ ਕਿਹਾ ਸੀ ਨੱਕ ਵਿੱਚ ਨਕੇਲ ਪਾਵਾਂਗੇ, ਇਹਦੀ ਹਾਲਤ ਕੀ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਅੰਮ੍ਰਿਤਸਰ ਸਾਹਿਬ ਨੂੰ ਤੁਰਦੇ ਹੈ, ਇਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਤੇ ਸਤਿਗੁਰੂ ਜੀ ਦੇ ਸਾਹਮਣੇ ਚੀਕਾਂ ਵੀ ਮਾਰਦਾ ਏ, ਛੁੱਟਣ ਵਾਸਤੇ ਬਹੁਤ ਜ਼ਿਆਦੀਆਂ ਬੌੜੀਆਂ ਵੀ ਕਰਦਾ ਹੈ। ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਤੇ ਛੁਡਾ ਨਾ ਦੇਣ, ਸਿੱਖ ਇਸ ਗੱਲ ਤੋਂ ਚਿੰਤਤ ਹੋ ਕੇ ਮਹਾਰਾਜ ਦੇ ਸਾਹਮਣੇ ਹੀ ਨਹੀਂ ਇਹਨੂੰ ਲੈ ਕੇ ਆਉਂਦੇ। ਜਿਵੇਂ ਇਹਨੂੰ ਬਿਧੀ ਚੰਦ ਜੀ ਇਸ ਦੇ ਨਾਲ ਵਿਵਹਾਰ ਕਰਦੇ ਆ, ਉਹ ਇਤਿਹਾਸ ਵਿੱਚ ਜ਼ਿਕਰ ਆਵੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਦਾ ਇਹ ਪਵਿੱਤਰ ਇਤਿਹਾਸ ਇਸ ਸਥਾਨ ਤੇ ਲੜੀਵਾਰ ਚੱਲ ਰਿਹਾ ਸੀਗਾ ਤੇ ਆਪਾਂ ਉੱਥੋਂ ਹੀ ਮਨ ਵਿੱਚ ਵਿਚਾਰਿਆ ਕਿ ਵਿਸ਼ੇਸ਼ ਦਿਹਾੜਾ ਵੀ ਉਹ ਹੈ ਤੇ ਇਹੋ ਹੀ ਹਾਜ਼ਰੀ ਆਪਾਂ ਪੂਰੀ ਵੀਕ ਭਰਾਂਗੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰਨ। ਸਤਿਗੁਰਾਂ ਜੀ ਦੇ ਇਹ ਜੋ ਕੌਤਕ ਹਨ ਸਾਨੂੰ ਮਨ ਦੇ ਅੰਦਰ ਬਲ ਬਖਸ਼ਿਸ਼ ਕਰਦੇ ਹੈ। ਜਰਵਾਣੇ ਦੀ ਤਾਕਤ ਦੇ ਅੱਗੇ ਸੋਚ ਕਰਕੇ ਇਹ ਨਹੀਂ ਝੁਕਣਾ ਚਾਹੀਦਾ ਕਿ ਬੜਾ ਬਲੀ ਹੈ, ਇਹ ਵੇਖਣਾ ਚਾਹੀਦਾ ਕਿ ਧਰਮ ਕਿਹੜੇ ਪਲੜੇ ਵਿੱਚ ਹੈ। ਧਰਮ ਦੇ ਪੱਖ ਵਿੱਚ ਆਪਾਂ ਨੂੰ ਸਦਾ ਰਹਿਣਾ ਚਾਹੀਦਾ ਹੈ। ਵਾਹਿਗੁਰੂ ਜੀ ਦੇ ਘਰ ਵਿੱਚ ਸਦਾ ਨਿਆਂ ਹੁੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜਿੱਦਾਂ ਸਾਰੇ ਆਵਾਮ ਦੇ ਸਾਹਮਣੇ ਹੁਣ ਨਿਆਂ ਕਰਨਗੇ, ਉਹ ਇਤਿਹਾਸ ਅੱਗੇ ਆਵੇਗਾ, ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਸਤਿ ਸ੍ਰੀ ਅਕਾਲ। ਜਹਾਂਗੀਰ ਕਹਿ ਜਿਮ ਮਨ ਭਾਵੈ ਕਰੋ ਆਪ ਹਮ ਤਿਮ ਸੁਖ ਪਾਵੈ। ਖੁਸ਼ੀ ਦੀਨ ਉਠ ਬਾਹਰ ਆਏ ਚੜੇ ਤੁਰੰਗ ਦੁਰਗ ਨਿਕਸਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। हे पूरन हे सर्ब मैं दुख भंजन गुण तास। हे संगी हे निरंकार हे निर्गुण सब
ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹਹਿ ਪੀ ਹੋਵਨ ਹਾਰ ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਮੰਦੇ ਗੁਰ ਪਾਰ ਉਤਾਰਨ ਹਾਰ ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।